गज के आखो जी वाहिगुरु जी का खालसा वाहिगुरु जी की फतेह। साध संगत सच्चे पातशाह जी दी पवित्र बाणी दे अंदर जो बचन ਹਨ पर तन दे बाबत पराई निंदा दे बाबत। एक ते जदों कोई गुरु वाला बनदा है अमृत छकदा है पंज प्यारे साहबान रहत दृढ़ कराउंदे ने उदों करैतां दसदे हन इन्हां तों बच के रहना। बज्जर करैतां ਜਿਹੜੀਆਂ ने कुरैत नहीं बज्जर कुरैत ਉਹ है साध संगत केसां दा कतल कराउणा। दूजा साध संगत जी कुट्ठा खाना ਜਾਂ तीसरा बचन है साध संगत तंबाकू ਦਾ सेवन करना किसी भी रूप अंदर। ਤੇ चौथी बज्जर कुरैत ते परतनगामी होना। ਇਹ ਦੋਵਾਂ ਦੇ ਲਈ ਹੈ ਔਰਤ ਲਈ ਤੇ ਮਰਦ ਲਈ ਦੋਵਾਂ ਵਾਸਤੇ। ਆਚਰਣ ਵਿੱਚ ਆਪਣੇ ਆਪ ਨੂੰ ਸ਼ੁੱਧ ਰੱਖਣਾ। ਸੋ ਇਹ ਬੜਾ ਵੱਡਾ ਪਾਪ ਹੈ ਜਿਹੜੇ ਸਾਧ ਸੰਗਤ ਨਾਮ ਅਭਿਆਸੀ ਜਿਹੜੇ ਅਣਡਿੱਠੀ ਦੁਨੀਆ ਦੀ ਗੱਲ ਕਰਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਦਿਵ ਦ੍ਰਿਸ਼ਟੀ ਹੁੰਦੀ ਹੈ ਉਹ ਕਹਿੰਦੇ ਨੇ ਜਿਸ ਤਰ੍ਹਾਂ ਦੇ ਵਿਕਾਰ ਇਨਸਾਨ ਨੇ ਭੋਗੇ ਹੁੰਦੇ ਹਨ ਉਸੇ ਤਰ੍ਹਾਂ ਅੱਗੇ ਉਹਨੂੰ ਸਜ਼ਾ ਮਿਲਦੀ ਹੈ। ਇੱਕ ਕਿਤਾਬ ਲਿਖੀ ਹੈ ਸਾਧ ਸੰਗਤ, ਉਹਦੇ ਲੇਖਕ ਨੇ ਭਾਈ ਰਾਮਾ ਸਿੰਘ ਜੀ। ਉਹ ਸਨਾਤਨ ਧਰਮ ਦੇ ਵਿੱਚ ਪੈਦਾ ਹੋਏ ਸਨ, ਫਿਰ ਉਹਨਾਂ ਉੱਤੇ ਗੁਰਾਂ ਦੀ ਕਿਰਪਾ ਹੋ ਗਈ, ਬੜੀ ਬੰਦਗੀ ਉਹਨਾਂ ਕੀਤੀ। ਉਹਨਾਂ ਨੂੰ ਕਲਗੀਧਰ ਪਿਤਾ ਜੀ ਦੇ ਦਰਸ਼ਨ ਹੋਏ। ਉਹਨਾਂ ਸਵਾਲ ਕੀਤਾ ਸੀ ਮਹਾਰਾਜ ਨੂੰ, ਸੱਚੇ ਪਾਤਸ਼ਾਹ ਖਾਲਸੇ ਦਾ ਰਾਜ ਕਦੋਂ ਕਾਇਮ ਹੋਵੇਗਾ? ਉਹ ਕਿਤਾਬ ਦੇ ਵਿੱਚ ਸਾਰੀਆਂ ਗੱਲਾਂ ਖੋਲ ਕੇ ਲਿਖੀਆਂ। ਉਹਨਾਂ ਦੀ ਆਪਣੀ ਲੇਖਣੀ ਹੈ ਭਾਈ ਰਾਮਾ ਸਿੰਘ ਜੀ ਦੀ। ਉਹ ਸਾਧ ਸੰਗਤ ਕਿਤਾਬ ਦਾ ਨਾਂ ਹੈ ਕੁਝ ਇਸ ਤਰ੍ਹਾਂ ਸ਼ਾਇਦ ਰੂਪ ਗੋਬਿੰਦਕਾ ਸਿੱਕਾ ਸੋਨੇ ਦਾ ਰਾਜ ਖਾਲਸੇ ਦਾ। ਇਹਦੇ ਵਿੱਚ ਜੋ ਮੈਂ ਬੋਲਿਆ ਨਾ ਇਹਦੇ ਵਿੱਚ ਅੱਖਰ ਵੱਧ ਘੱਟ ਹੋ ਸਕਦੇ, ਉਂਝ ਨਾ ਇਸੇ ਤਰ੍ਹਾਂ ਹੀ ਆ ਤਕਰੀਬਨ। ਰੂਪ ਗੋਬਿੰਦਕਾ ਸਿੱਕਾ ਸੋਨੇ ਦਾ ਰਾਜ ਖਾਲਸੇ ਦਾ। ਉਹਦੇ ਵਿੱਚ ਉਹਨਾਂ ਨੇ ਆਪਣੀ ਹੱਡ ਬੀਤੀ ਲਿਖੀ ਹੈ। ਉਹ ਸਾਧ ਸੰਗਤ ਗੁਰੂ ਮਹਾਰਾਜ ਦੀ ਬੰਦਗੀ ਕਰਨ ਤੋਂ ਪਹਿਲਾਂ ਤੇ ਧਰਮੀ ਬਣਨ ਤੋਂ ਪਹਿਲਾਂ ਉਹ ਇਸ ਰਾਹ ਉੱਤੇ ਚੱਲ ਪਏ ਸਨ ਔਰ ਸਾਧ ਸੰਗਤ ਉਹਨਾਂ ਨੇ ਇਹ ਵਿਕਾਰ ਜਿਹੜੇ ਭੋਗੇ। ਫਿਰ ਉਹ ਕਹਿੰਦੇ ਨੇ ਉਦੋਂ ਮੇਰਾ ਸੁਖਮਣੀ ਸਾਹਿਬ ਦੀ ਬਾਣੀ ਉਹ ਪੜ੍ਹਦੇ ਸਨ ਰੋਜ਼। ਉਹ ਸ਼ੁਰੂ ਤੋਂ ਉਹਨਾਂ ਦਾ ਨੇਮ ਸੀ। ਮਨ ਲੱਗਣਾ ਹਟ ਗਿਆ ਕਿਉਂਕਿ ਕੁਦਰਤੀ ਗੱਲ ਹੈ ਜਿਉਂ ਕੋਈ ਸਾਧ ਸੰਗਤ ਉਹ ਬਚਨ ਕਰਦਾ ਹੈ, ਉਹ ਕਰਮ ਕਰਦਾ ਹੈ ਜ਼ਿੰਦਗੀ ਵਿੱਚ ਜਿਹੜਾ ਸਤਿਗੁਰੂ ਮਹਾਰਾਜ ਨੇ ਮਨਾ ਕੀਤਾ, ਫਿਰ ਸਤਿਗੁਰੂ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਉਹਦੇ ਵੱਲ ਬੰਦ ਹੋ ਜਾਂਦੀ ਹੈ। ਜਿਹੜਾ ਬਾਣੀ ਦੇ ਵਿੱਚੋਂ ਰਸ ਆਉਣ ਲੱਗ ਪੈਂਦਾ, ਬਾਣੀ ਪੜ੍ਹਦਿਆਂ ਮਨ ਟਿਕਣ ਲੱਗ ਪੈਂਦਾ, ਜਿਹਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਆਖਿਆ ਤੁਸੀਂ ਆਖੋ ਵਾਹਿਗੁਰੂ, ਤੁਹਾਡਾ ਫਿਰ ਕਹਿਣ ਨੂੰ ਚਿੱਤ ਕਰੇ, ਸਮਝ ਲਓ ਕਿਰਪਾ ਹੈ ਤੁਹਾਡੇ ਉੱਤੇ ਪ੍ਰਮਾਤਮਾ ਦੀ। ਸੋ ਇਹ ਜਿਹੜੀ ਸਾਧ ਸੰਗਤ ਬਖਸ਼ਿਸ਼ ਹੈ ਉਹ ਰੁਕ ਜਾਂਦੀ ਹੈ ਕਿਉਂਕਿ ਉਹਨਾਂ ਨੇ ਪਰ ਔਰਤ ਦਾ ਸੰਗ ਕੀਤਾ। ਗੁਰਾਂ ਦੀ ਜਿਹੜੀ ਬਖਸ਼ਿਸ਼ ਸੀ ਉਹਨਾਂ ਦੇ ਉੱਤੇ ਉਹ ਹਟ ਗਈ। ਉਹ ਆਪ ਲਿਖਦੇ ਆਪਣਾ ਤਜਰਬਾ ਕਿ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਮਨ ਲੱਗਣੋਂ ਹਟ ਗਿਆ, ਪਰ ਕਹਿੰਦੇ ਮੈਂ ਬਾਣੀ ਪੜ੍ਹਦਾ ਸਾਂ। ਫਿਰ ਉਸ ਤੋਂ ਬਾਅਦ ਉਹ ਮਰੇ ਸਨ ਇੱਕ ਵਾਰਾਂ, ਫਿਰ ਦੁਬਾਰਾ ਉਹਨਾਂ ਨੂੰ ਜੀਵਨ ਮਿਲਿਆ ਸੀ। ਉਹਦੇ ਵਿੱਚ ਲਿਖਿਆ ਉਹਨਾਂ ਨੇ ਆਪਣੇ ਬਾਬਤ। ਸਾਧ ਸੰਗਤ ਤੋਂ ਜ਼ਿਕਰ ਕਰਦੇ ਕਿ ਧਰਮਰਾਜ ਦੇ ਦਰ ਤੇ ਮੈਨੂੰ ਉਸੇ ਤਰ੍ਹਾਂ ਦੀ ਜਿਹੜੀ ਯਾਤਨਾ ਹੈ ਉਹ ਦਿੱਤੀ ਗਈ ਜਿਵੇਂ ਮਹਾਰਾਜ ਨੇ ਬਾਣੀ ਚਾਖੇ ਬਚਨ, ਜੋ ਬਚਨ ਬਾਣੀ ਚਾਖੇ ਉਹ ਸਾਧ ਸੰਗਤ ਸਾਖਸ਼ਾਤ ਕੱਲਾ ਕੱਲਾ ਬਚਨ ਸੱਚ ਹੈ। ਕਹਿੰਦੇ ਉਸ ਜਗ੍ਹਾ ਦੇ ਉੱਪਰ ਸਜ਼ਾ ਇਹ ਮਿਲਦੀ ਹੈ ਤੇ ਤੱਤੇ ਥੰਮਾਂ ਦੇ ਨਾਲ ਜਾਂ ਔਰਤ ਦਾ ਇਸ ਤਰ੍ਹਾਂ ਤਾਬੂਤ ਬਣਿਆ ਹੁੰਦਾ ਹੈ ਅੱਗ ਦਾ, ਜਿਹਦੇ ਨਾਲ ਮਿਲਣ ਵਾਸਤੇ ਕਿਹਾ ਜਾਂਦਾ ਵੀ ਪਾ ਜੱਫੀ ਹੁਣ ਮਿਲ। ਫਿਰ ਉਸ ਤੋਂ ਬਾਅਦ ਸਾਧ ਸੰਗਤ ਕਹਿੰਦੇ ਨੇ ਕਿ ਇੱਕ ਅੱਗ ਦੇ ਦਰਵਾਜ਼ੇ ਵਿੱਚੋਂ ਮੈਨੂੰ ਕੱਢਿਆ ਗਿਆ। ਫਿਰ ਇੱਕ ਬੜਾ ਵੱਡਾ ਪਾਣੀ ਦਾ ਸੀ ਜਗ੍ਹਾ ਬਣੀ ਹੋਈ ਬਹੁਤ ਵੱਡੀ, ਉਹਦੇ ਵਿੱਚ ਸੁੱਟਿਆ ਗਿਆ। ਉਹ ਲੰਮੀ ਗੱਲ ਹੈ। ਮਹਾਰਾਜ ਨੇ ਪਵਿੱਤਰ ਬਾਣੀ ਦੇ ਵਿੱਚ ਜੋ ਬਚਨ ਫਰਮਾਏ, ਸ਼ਹੀਦਾਂ ਦੇ ਸਰਤਾਜ ਦਾ ਬਚਨ ਆਉਂਦਾ ਹੈ। ਸਭ ਕਹਿੰਦੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਦੁਖ ਪਾਹੇ। ਨਿਮਖ ਮਾਤਰ ਸਵਾਦ ਦੇ ਵਾਸਤੇ ਕਰੋੜਾਂ ਮਹਾਰਾਜ ਨੇ ਆਖਿਆ ਦਿਨ ਸੁਦੁਖ ਪਾਏਗਾ। ਕਰੋੜਾਂ ਦਿਨ ਗਰੀਬ ਨਵਾਜ ਦੀ ਪਾਵਨ ਬਾਣੀ ਚ ਬਚਨ ਨੇ ਘਰੀ ਮੋਹ ਤਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੇਂ। ਸਾਹਿਬ ਜੀ ਕਹਿੰਦੇ ਅੰਦੇ ਚੇਤ ਹਰ ਹਰ ਰਾਇਆ
ਕਾਮ ਵਾਸਨਾ ਵਿੱਚ ਅੰਨੇ ਹੋਏ ਬੰਦਿਆ ਰੱਬ ਨੂੰ ਚਿੱਤੇ ਕਰ। ਅੰਦੇ ਚੇਤ ਹਰ ਹਰ ਰਾਇਆ। ਮਹਾਰਾਜ ਕਹਿੰਦੇ ਤੇਰਾ 100 ਦਿਨ ਨੇੜੇ ਆਇਆ, ਤੇਰਾ ਮੌਤ ਦਾ ਸਮਾਂ ਨੇੜੇ ਆ ਰਿਹਾ, ਮੌਤ ਤੈਨੂੰ ਭੁੱਲੀ ਹੋਈ ਹੈ। ਇਸ ਕਰਕੇ ਵਿਕਾਰਾਂ ਵਿੱਚ ਤੂੰ ਗਲਤਾਨ ਹੋਇਆ ਪਿਆ ਹੈ। ਪਲਕ ਦ੍ਰਿਸ਼ਟ ਦੇਖ ਭੁੱਲੋ ਆਂਖ ਨੀਮ ਕੋ ਤੁਮਰ। ਮਹਾਰਾਜ ਨੇ 3 ਬਚਨ ਆਖੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜੋ ਤੂੰ ਵੇਖ ਰਿਹਾ ਹੈ ਸੋਹਣਾ ਰੂਪ, ਮਹਾਰਾਜ ਸਾਹਿਬ ਜੀ ਕਹਿੰਦੇ ਤੈਨੂੰ ਇਹ ਭੁੱਲ ਰਿਹਾ ਹੈ। ਇਹ ਅੱਕ ਦੀ ਤਰ੍ਹਾਂ, ਅੱਕ ਕੌੜਾ ਹੁੰਦਾ ਹੈ, ਨਿੰਮ ਵੀ ਕੌੜੀ ਹੁੰਦੀ ਹੈ। ਦ੍ਰਿਸ਼ਟਾਂਤ ਦਿੱਤੇ ਮਹਾਰਾਜ ਨੇ, ਤੁਮਾ ਵੀ ਕੌੜਾ ਹੁੰਦਾ ਹੈ, ਬੇਸ਼ੱਕ ਉਹਦੇ ਵਿੱਚ ਗੁਣ ਬੜੇ ਹੁੰਦੇ ਨੇ। ਜੇ ਵੈਦਗਿਰੀ ਦੀ ਨਜ਼ਰ ਨਾਲ ਵੇਖੀਏ ਤੇ ਸਾਧ ਸੰਗਤ ਹਿਕਮਤਗਿਰੀ ਦੀ ਨਜ਼ਰ ਨਾਲ ਵੇਖੀਏ, ਤੁਮਾ ਬੜਾ ਮੁਫੀਦ ਹੈ, ਸਿਹਤ ਵਾਸਤੇ ਬੜਾ ਗੁਣਕਾਰੀ ਹੈ। ਪਰ ਮਹਾਰਾਜ ਨੇ ਇੱਥੇ ਉਦਾਹਰਨ ਦਿੱਤੇ ਤੇ ਜਿਹੜੀ ਸਾਧ ਸੰਗਤ ਦ੍ਰਿਸ਼ਟਾਂਤ ਹੁੰਦਾ ਨਾ ਉਹਦਾ ਹਮੇਸ਼ਾ ਇੱਕ ਪੱਖ ਲਈਦਾ ਹੈ। ਉਹ ਸਾਹਿਬ ਜੀ 3 ਬਚਨ ਕਹਿ ਰਹੇ ਨੇ, ਆਕ ਨੀਮ ਕੋ ਤੁਮਰ। ਮਹਾਰਾਜ ਕਹਿੰਦੇ ਅੱਕ ਵਰਗਾ, ਨਿੰਮ ਵਰਗਾ, ਤੁਮਾ ਜਿਹੜਾ ਹੈ ਉਹ ਕੌੜਾ ਹੈ, ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਉਹ ਇਹ ਜਿਹੜਾ ਕਾਮ ਦਾ ਸਵਾਦ ਇਹਨੂੰ ਭੋਗਦਾ ਹੈ ਇਨਸਾਨ, ਪਰ ਇਹਦਾ ਨਤੀਜਾ ਬੜਾ ਦੁਖਦਾਈ ਨਿਕਲਦਾ, ਸਾਹਿਬ ਇਹ ਕਹਿੰਦੇ ਨੇ। ਅੱਗੇ ਬਚਨ ਆਉਂਦਾ ਸਾਹਿਬਾਂ ਦਾ, ਜੈਸਾ ਸੰਗ ਬਿਸਿਅਰ ਸਿਉ ਹੈ ਰੇ ਤੈਸੋ ਹੀ। ਮਹਾਰਾਜ ਕਹਿੰਦੇ ਤੈਸੋ ਹੀ ਇਹ ਪਰ ਗ੍ਰਹਿ। ਜਿਸ ਤਰ੍ਹਾਂ ਨਾਲ ਸੱਪ ਦਾ ਸੰਗ, ਉਸ ਤਰ੍ਹਾਂ ਨਾਲ ਪਰਾਏ ਘਰ ਦੇ ਨਾਲ ਸੰਗ। ਸੋ ਇਹ ਦੋਵਾਂ ਦੇ ਲਈ ਹੈ ਸਾਧ ਸੰਗਤ, ਔਰਤ ਲਈ ਤੇ ਮਰਦ ਦੇ ਲਈ। ਸਾਹਿਬ ਨੇ ਬਹੁਤ ਜ਼ਿਆਦਾ ਇਹਦੇ ਤੋਂ ਮਨਾ ਕੀਤਾ ਹੈ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਵਿੱਚ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ। ਸਾਧ ਸੰਗਤ ਇਸ ਤਰ੍ਹਾਂ ਸਾਖੀ ਹੈ ਕਿ ਜਦੋਂ ਆਨੰਦਪੁਰ ਸਾਹਿਬ ਸੰਗਤਾਂ ਆ ਰਹੀਆਂ ਸਨ ਤੇ ਹੁਸ਼ਿਆਰਪੁਰ ਦੇ ਰੰਗੜ ਜਿਹੜੇ ਬੜੇ ਵਿਗੜੇ ਹੋਏ ਸਨ, ਸਾਧ ਸੰਗਤ 2 ਗੱਲਾਂ ਹੁੰਦੀਆਂ, ਕਿਸੇ ਨੂੰ ਨਿਮਰਤਾ ਨਾਲ ਹੱਥ ਜੋੜ ਕੇ ਮਨਾਉਣਾ, ਸਿੱਧੇ ਰਾਹ ਤੇ ਤੋਰਨਾ। ਜਦੋਂ ਉਹ ਨਾ ਮੰਨੇ, ਪੈਰਾਂ ਤੇ ਵੀ ਡਿੱਗੀ ਜਾਓ, ਹੱਥ ਜੋੜੀ ਜਾਓ, ਨਾ ਮੰਨੇ, ਮਤਲਬ ਨਿਮਰਤਾ ਦੀ ਭਾਸ਼ਾ ਕੋਈ ਨਾ ਸਮਝੇ। ਇਹ ਨਹੀਂ ਵੀ ਬਹਾਨਾ ਮਿਲ ਗਿਆ, ਕੋਰਾ ਮਨਾਇਆ ਹੁਣ ਤੇ ਬਹਾਨਾ ਮਿਲ ਗਿਆ ਉਹਦੇ ਉੱਤੇ ਅਤਿਆਚਾਰ ਕੀਤਾ, ਨਹੀਂ। ਜਾਣੀ ਇੰਤਹਾ ਹੋ ਜਾਏ ਸਾਧ ਸੰਗਤ, ਜਿਸ ਵਕਤ ਨਿਮਰਤਾ ਬਹੁਤ ਜ਼ਿਆਦੀ ਵਰਤੀ ਤੇ ਜ਼ੁਲਮ ਦੀ ਹੱਦ ਵੱਧ ਜਾਏ, ਸਾਹਿਬ ਨੇ ਉਦੋਂ ਹਥਿਆਰ ਚੁੱਕਣ ਲਈ ਆਖਿਆ, ਫਿਰ ਨਹੀਂ ਬਖਸ਼ਣਾ ਦੁਸ਼ਮਣ ਨੂੰ। ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਪਿਤਾ ਦਾ ਬਚਨ ਹੈ। ਜ਼ਫਰਨਾਮਿਆਂ ਵਿੱਚ ਮਹਾਰਾਜ ਜੀ ਕਹਿੰਦੇ ਹਨ, ਪਵਿੱਤਰ ਬਾਣੀ ਦੇ ਅੰਦਰ, ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਮਹਾਰਾਜ ਕਹਿੰਦੇ ਜਦੋਂ ਜ਼ੁਲਮ ਬਹੁਤ ਜ਼ਿਆਦਾ ਵੱਧ ਜਾਏ, ਫਿਰ ਜਿਹੜਾ ਹੱਥ ਵਿੱਚ ਸ਼ਮਸ਼ੀਰ ਚੁੱਕਣੀ ਹੈ, ਹਥਿਆਰ ਚੁੱਕਣਾ ਹੈ, ਜ਼ੁਲਮ ਦੇ ਵਿਰੁੱਧ ਡਟ ਜਾਣਾ ਹੈ। ਮਹਾਰਾਜ ਕਹਿੰਦੇ ਜਿਹੜੀ ਹਥਿਆਰ ਚੁੱਕਿਆ, ਹੱਥ ਵਿੱਚ ਤਲਵਾਰ ਚੁੱਕੀ, ਉਹ ਧਰਮ ਦਾ ਅੰਗ ਹੁੰਦੀ ਹੈ। ਫਿਰ ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੁੰਦੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਫਰਮਾਏ ਨੇ, ਨਾ ਜ਼ੁਲਮ ਸਹਿਣਾ ਹੈ, ਨਾ ਸਾਧ ਸੰਗਤ ਜ਼ੁਲਮ ਕਰਨਾ ਹੈ, ਜ਼ੁਲਮ ਸਹਿਣਾ ਵੀ ਨਹੀਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਮਹਾਰਾਜ ਨੇ ਦੱਸਿਆ ਹੋਇਆ ਸਿੱਖਾਂ ਨੂੰ ਵੀ ਕਿਸੇ ਤੇ ਹੱਥ ਨਹੀਂ ਚੁੱਕਣਾ। ਜਦੋਂ ਕੋਈ ਜ਼ੁਲਮ ਕਰੇ, ਵਾਧਾ ਕਰੇ, ਫਿਰ ਹੱਥ ਚੁੱਕਣਾ ਹੈ। ਔਰਤ ਉੱਤੇ ਹੱਥ ਨਹੀਂ ਚੁੱਕਣਾ, ਭੱਜੇ ਜਾਂਦੇ ਦੇ ਉੱਤੇ ਵਾਰ ਨਹੀਂ ਕਰਨਾ, ਜਿਹੜਾ ਪਿੱਠ ਕਰਕੇ ਜੰਗ ਵਿੱਚੋਂ ਭੱਜ ਪਿਆ ਉਹਦੇ ਮਗਰ ਨਹੀਂ ਜਾਣਾ, ਬਜ਼ੁਰਗ ਤੇ ਔਰਤ ਦੇ ਉੱਤੇ ਵਾਰ ਨਹੀਂ ਕਰਨਾ, ਬੱਚੇ ਨੂੰ ਨਹੀਂ ਮਾਰਨਾ। ਇਹ ਜੰਗ ਦੇ ਕੁਝ ਨਿਯਮ ਸਨ। ਚਾਣਕੀਆ ਨੀਤੀ ਇਹ ਕਹਿੰਦੀ ਹੈ ਵੀ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ, ਪਰ ਗੁਰੂ ਮਹਾਰਾਜ ਦੇ ਘਰ ਵਿੱਚ ਸਭ ਕੁਝ ਜਾਇਜ਼ ਨਹੀਂ। ਇੱਥੇ ਸਾਧ ਸੰਗਤ ਜੰਗ ਦੇ ਵਿੱਚ ਵੀ ਸਾਧ ਸੰਗਤ ਨੀਤੀ ਹੈ, ਮਹਾਰਾਜ ਨੇ ਬਣਾਈ ਬਕਾਇਦਾ। ਜਦੋਂ ਰੰਗੜਾਂ ਨੇ ਗੁਰੂ ਮਹਾਰਾਜ ਦੀਆਂ ਸੰਗਤਾਂ ਦੇ ਉੱਤੇ ਹਮਲਾ ਕਰ ਦਿੱਤਾ, ਹੁਸ਼ਿਆਰਪੁਰ ਦੇ ਰੰਗੜ ਬੜੇ ਵਿਗੜੇ ਹੋਏ, ਉਹਨਾਂ ਨੇ ਸਾਰੀਆਂ ਭੇਟਾਵਾਂ ਖੋਲੀਆਂ। ਵਿਸਾਖੀ ਤੇ ਸੰਗਤਾਂ ਆ ਰਹੀਆਂ ਸਨ ਕਲਗੀਧਰ ਪਿਤਾ ਦੇ ਦੀਦਾਰ ਪਾਉਣ ਲਈ। ਸੰਗਤਾਂ ਨੇ ਗਰੀਬ ਨਵਾਜ ਦੇ ਸੱਚੇ ਦਰਬਾਰ ਵਿੱਚ ਆ ਕੇ ਮਹਾਰਾਜ ਨੂੰ ਦੱਸਿਆ, ਸਤਿਗੁਰੂ ਰੰਗੜਾਂ ਨੇ ਸਾਰੀਆਂ ਭੇਟਾਵਾਂ ਖੋਹ ਲਈਆਂ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਕੋਈ ਨਾ, ਭੇਟਾਵਾਂ ਤੁਹਾਡੀਆਂ ਸੰਗਤ ਤੇ ਪਹੁੰਚ ਗਈਆਂ ਨੇ ਗੁਰੂ ਨਾਨਕ ਸਾਹਿਬ ਦੇ ਘਰ। ਗਰੀਬ ਨਵਾਜ ਨੇ 94 ਜਰਨੈਲਾਂ ਦੀ ਫੌਜ ਦੇ ਨੂੰ ਹੁਕਮ ਕੀਤਾ ਕਿ ਜਾਓ, ਜਾ ਕੇ ਰੰਗੜਾਂ ਨੂੰ ਸੋਧਾ ਲਾਓ ਤੇ ਗੁਰੂ ਕੀਆਂ ਜਿਹੜੀਆਂ ਭੇਟਾਵਾਂ ਹਨ ਵਾਪਸ ਲੈ ਕੇ ਆਓ। ਗੁਰੂ ਮਹਾਰਾਜ ਦੇ ਸੂਰੇ ਯੋਧੇ ਸਾਧ ਸੰਗਤ ਸੂਰਬੀਰ ਜਰਨੈਲ ਤੁਰ ਪਏ। ਜਦੋਂ ਰੰਗੜਾਂ ਨੂੰ ਸੋਧਾ ਲਾਇਆ,
ਤੇ ਗੁਰੂ ਮਹਾਰਾਜ ਦੀਆਂ ਭੇਟਾਵਾਂ ਜਿਹੜੀਆਂ ਸਨ ਸੰਗਤਾਂ ਦੀਆਂ ਉਹ ਲਈਆਂ। ਨਾਲ ਉਹਨਾਂ ਨੇ ਸਾਧ ਸੰਗਤ ਇੱਕ ਲੜਕੀ ਨੂੰ, ਉਹਦਾ ਡੋਲਾ ਜਿਹੜਾ ਸੀ ਉਹਨੂੰ ਲੁੱਟ ਕੇ ਤੇ ਆਨੰਦਪੁਰ ਸਾਹਿਬ ਆ ਗਏ। ਜਦੋਂ ਗੁਰੂ ਦਰਬਾਰ ਵਿੱਚ ਪਹੁੰਚੇ ਤੇ ਲੜਕੀ ਰੋ ਰਹੀ ਹੈ, ਡੋਲੇ ਵਿੱਚ ਬੈਠੀ ਹੋਈ ਹੈ, ਉਹ ਰੋ ਰਹੀ ਹੈ। ਉਹਦੇ ਹੌਕੇ ਜਿਹੜੇ ਨੇ ਉਹਨਾਂ ਵੱਲ ਵੇਖਿਆ ਮਹਾਰਾਜ ਕਲਗੀਧਰ ਪਿਤਾ ਨੇ। ਇੱਕ ਤੇ ਗੁਰੂ ਮਹਾਰਾਜ ਦੇ ਘਰ ਵਿੱਚ ਕਿਸੇ ਨੂੰ ਦੁੱਖ ਦੇਣ ਦੀ ਗੱਲ ਨਹੀਂ ਹੈ। ਸਾਧ ਸੰਗਤ ਦੁਖੀ ਉੱਤੇ ਤਰਸ ਕੀਤਾ ਜਾਂਦਾ, ਭਾਵੇਂ ਕੋਈ ਵੀ ਹੋਵੇ। ਇਸ ਕਰਕੇ ਮਹਾਰਾਜ ਨੇ ਆਖਿਆ ਵੀ ਗਰੀਬ ਦੀ ਤੁਸੀਂ ਮਦਦ ਕਰੋ, ਲੋੜਵੰਦ ਦੀ ਮਦਦ ਕਰੋ। ਗੁਰੂ ਹਰਗੋਬਿੰਦ ਸਾਹਿਬ ਨੇ ਤੇ ਆਖਿਆ ਵੀ ਤੁਸੀਂ ਨੰਗੇ ਨੂੰ ਕੱਪੜਾ ਪਵਾ ਦਿੱਤਾ, ਤੁਸੀਂ ਭੁੱਖੇ ਨੂੰ ਭੋਜਨ ਛਕਾ ਦਿੱਤਾ, ਲੋੜਵੰਦ ਦੀ ਲੋੜ ਪੂਰੀ ਕਰ ਦਿੱਤੀ। ਸਮਝ ਲਓ ਤੁਹਾਡੀ ਭੇਟਾ ਗੁਰੂ ਕੀ ਗੋਲਕ ਵਿੱਚ ਪਹੁੰਚ ਗਈ। ਇਹ ਗੱਲ ਵੱਖਰੀ ਹੈ ਵੀ ਅੱਜ ਅਸੀਂ ਗੁਰੂ ਮਹਾਰਾਜ ਦੇ ਦਿੱਤੇ ਇਸ ਸਿਧਾਂਤ ਤੋਂ ਲੱਖਾਂ ਕੋਹਾਂ ਦੂਰ ਚਲੇ ਗਏ ਆ। ਉਂਝ ਕਹਿੰਦੇ ਆ ਮਹਾਰਾਜ ਅਸੀਂ ਤੁਹਾਡੇ ਹੀ ਸਿੱਖ ਆ। ਸਾਧ ਸੰਗਤ ਟਾਵੇਂ ਟਾਵੇਂ ਵਿਰਲੇ ਰਹਿ ਗਏ ਜਿਹੜੇ ਮਹਾਰਾਜ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਹੋਣ। ਨਹੀਂ ਤੇ ਜ਼ਿਆਦਾਤਰ ਤੇ ਮੌਕਾ ਮਿਲਣਾ ਚਾਹੀਦਾ। ਗਰੀਬ ਨੂੰ ਕੌਣ ਬਖਸ਼ਦਾ ਹੈ? ਸੱਚੇ ਪਾਤਸ਼ਾਹ ਕਿਰਪਾ ਕਰਨ, ਉਲਟਾ ਸਾਧ ਸੰਗਤ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਖਿਆ, ਸਿੱਖੋ ਇਹ ਕੌਣ ਹੈ? ਕਹਿੰਦੇ ਮਹਾਰਾਜ ਰੰਗੜਾਂ ਦੀ ਲੜਕੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹਨੂੰ ਕਿਉਂ ਲੈ ਕੇ ਆਏ ਹੋ? ਕਹਿੰਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਹਨੂੰ ਤਾਂ ਚੁੱਕ ਕੇ ਲਿਆਏ ਆ, ਜਿਹੜੇ ਰੰਗੜ ਨੇ ਉਨੀ ਦੇਰ ਤੱਕ ਸੂਤ ਨਹੀਂ ਆਉਣੇ ਇਹ ਜ਼ਾਲਮ, ਜਿੰਨੀ ਦੇਰ ਤੱਕ ਇਹਨਾਂ ਦੀਆਂ ਬਹੁ ਬੇਟੀਆਂ ਨੂੰ ਚੁੱਕਿਆ ਨਹੀਂ ਜਾਂਦਾ ਤੇ ਇਹਨਾਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ। ਕਲਗੀਧਰ ਪਿਤਾ ਮਹਾਰਾਜ ਨੇ ਬੜੇ ਜੋਸ਼ ਵਿੱਚ, ਬੜੇ ਸਖਤ ਅਲਫਾਜ਼ਾਂ ਵਿੱਚ ਤਾੜਨਾ ਕੀਤੀ। ਇਹ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿਧਾਂਤ ਨੂੰ ਭੁੱਲ ਗਏ ਹੋ। ਇਹ ਕਿੱਡੀ ਵੱਡੀ ਮੂਰਖਤਾ ਤੁਹਾਡੇ ਵਾਸਤੇ। ਤੁਸੀਂ ਕੀ ਕੀਤਾ ਹੈ? ਜਦੋਂ ਸਾਧ ਸੰਗਤ ਕਲਗੀਧਰ ਪਿਤਾ ਮਹਾਰਾਜ ਨੇ ਇਹ ਬਚਨ ਆਖੇ ਨੇ ਤੇ ਇਤਿਹਾਸ ਵਿੱਚ ਬਚਨ ਲਿਖਿਆ ਹੋਇਆ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਆਖਿਆ ਚਲੋ ਚੁੱਕੋ ਇਹ ਡੋਲਾ ਤੇ ਇਹਨੂੰ ਸਹੀ ਸਲਾਮਤ ਬੇਟੀ ਨੂੰ ਇਹਦੇ ਘਰ ਵਿੱਚ ਪਹੁੰਚਾਓ। ਤੇ ਸਿੱਖ ਕਹਿੰਦੇ ਨੇ ਅੱਗੋਂ ਮਹਾਰਾਜ ਨੂੰ ਇਤਿਹਾਸਕ ਬਚਨ ਨੇ, ਸਗਲ ਸਿੱਖ ਪੁੱਛਣ ਗੁਣ ਖਾਣੀ, ਗੁਣ ਖਾਨੀ ਗੁਣਾ ਦੇ ਖਾਨ। ਧੰਨ ਗੁਰੂ ਕਲਗੀਧਰ ਪਿਤਾ ਨੂੰ ਸਿੱਖ ਪੁੱਛਦੇ ਨੇ, ਸਗਲ ਸਿੱਖ ਪੁੱਛਣ ਗੁਣ ਖਾਨੀ, ਸਗਲ ਤੁਰਕ ਭੁਗਵੈ ਹਿੰਦਵਾਨੀ। ਹਿੰਦਵਾਨੀ ਦਾ ਮਤਲਬ ਹਿੰਦ ਦੀਆਂ ਰਹਿਣ ਵਾਲੀਆਂ ਬਹੁ ਬੇਟੀਆਂ ਨੂੰ। ਜਿਹੜੇ ਤੁਰਕ ਨੇ ਮਹਾਰਾਜ ਉਹ ਬਹੁ ਬੇਟੀਆਂ ਦਾ ਲਿਹਾਜ਼ ਨਹੀਂ ਕਰਦੇ, ਉਹ ਚੁੱਕ ਕੇ ਲੈ ਜਾਂਦੇ ਨੇ ਘਰਾਂ ਦੇ ਵਿੱਚੋਂ, ਉਹਨਾਂ ਨੂੰ ਭੋਗਦੇ ਹਨ, ਉਹਨਾਂ ਨਾਲ ਮੰਦਾ ਵਰਤਾਰਾ ਕਰਦੇ ਨੇ। ਸਗਲ ਸਿੱਖ ਪੁੱਛਣ ਗੁਣ ਖਾਨੀ, ਸਗਲ ਤੁਰਕ ਭੁਗਵੈ ਹਿੰਦਵਾਨੀ। ਕਹਿੰਦੇ ਨੇ ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਇੱਕ ਹੁੰਦਾ ਸਾਧ ਸੰਗਤ ਸ਼ਸਤਰ, ਸ਼ਸਤਰ ਦਾ ਮਤਲਬ ਹੁੰਦਾ ਹਥਿਆਰ। ਇੱਕ ਹੁੰਦਾ ਸ਼ਾਸਤਰ, ਜਿਹੜਾ ਸ਼ਾਸਤਰਾਰਥ ਕਰਨਾ ਹੈ ਨਾ, ਉਹਦਾ ਮਤਲਬ ਹੁੰਦਾ ਗਿਆਨ ਗੋਸ਼ਟੀ ਕਰਨੀ, ਵਿਚਾਰ ਕਰਨੀ। ਜਾਣੀ ਜੋ ਮਹਾਰਾਜ ਤੁਹਾਡੀ ਵਿਚਾਰ ਹੈ, ਜੋ ਸਤਿਗੁਰੂ ਤੁਹਾਡੀ ਸਿੱਖਿਆ ਹੈ, ਉਹ ਇਹ ਹੈ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ। ਮਹਾਰਾਜ ਸਿੱਖ ਤੇ ਬਦਲਾ ਲੈਣਾ ਚਾਹੁੰਦਾ, ਭਲਾ ਕਰਨਾ ਚਾਹੁੰਦਾ, ਤੁਸੀਂ ਰੋਕਦੇ ਹੋ। ਗਰੀਬ ਨਵਾਜ਼ ਐਸਾ ਕਿਉਂ? ਸਿੱਖਾਂ ਨੇ ਸਵਾਲ ਕੀਤਾ। ਇਹ ਇਤਿਹਾਸ ਦੇ ਬਚਨ ਨੇ। ਤੇ ਅੱਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਸ਼ਮੇਸ਼ ਸਤਿਗੁਰੂ ਜੀ ਸਾਧ ਸੰਗਤ ਜਿਹੋ ਜਿਹਾ ਸਿੱਖਾਂ ਨੂੰ ਬਣਾਉਣਾ ਚਾਹੁੰਦੇ ਨੇ, ਜਿਹੋ ਜੀ ਯੁੱਧ ਨੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਾਈ ਹੈ, ਉਹਦੇ ਮੁਤਾਬਕ ਆਚਰਣ ਦੀ ਮੂਰਤ ਦਿਸਣ ਵਾਲਾ ਸਿੱਖ ਉਹਨੂੰ ਉਪਦੇਸ਼ ਦਿੰਦੇ ਨੇ ਗਰੀਬ ਨਵਾਜ਼ ਕਿ ਇਹ ਨੀਵੀਂ ਸੋਚ ਲੈ ਕੇ ਬਦਲਾ ਨਹੀਂ ਲੈਣਾ। ਗਰੀਬ ਨਵਾਜ਼ ਨੇ ਬਚਨ ਫਰਮਾਏ, ਇਤਿਹਾਸਕ ਬਚਨ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਣੋ ਪੰਥ ਉਚੇਰੇ। ਸੁਣ ਕੇ ਸਤਿਗੁਰੂ ਜੀ ਨੇ ਆਖਿਆ, ਸਿੱਖੋ ਮੈਂ ਪੰਥ ਨੂੰ ਬੜਾ ਉੱਚਾ ਚੁੱਕਣਾ ਹੈ, ਇਹ ਪੰਥ ਅਕਾਲ ਪੁਰਖ ਦਾ ਪੰਥ ਹੈ। ਮਹਾਰਾਜ ਨੇ ਆਖਿਆ, ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਣੋ ਪੰਥ ਉਚੇਰੇ। ਮਹਾਰਾਜ ਸਾਹਿਬ ਜੀ ਕਹਿੰਦੇ, ਨਹੀਂ ਅਦੋ ਗਤੀ ਵਿਖੇ ਪਹੁੰਚਾਵੈ, ਤਾਂ ਤੇ ਕਲਮਲ ਕਰਨ ਹਟਾਵੈ। ਤੁਹਾਨੂੰ ਅਦੋ ਗਤੀ ਚ ਨਹੀਂ ਸੁੱਟਣਾ। ਸਾਹਿਬ ਜੀ ਕਹਿੰਦੇ ਇਸ ਕਰਕੇ ਕਲਮਲ ਕਰਨ ਤੋਂ, ਇਹ ਰਲਗੜ ਕਰਨ ਤੋਂ ਅਸੀਂ ਮਨਾ ਕਰਦੇ ਹਾਂ। ਉੱਚਾ ਆਚਰਣ ਬਣਾ ਕੇ ਰੱਖੋ। ਮਹਾਰਾਜ ਦੀ ਬਾਣੀ 'ਚ ਬੜੇ ਬਚਨ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ 'ਚ ਵੀ ਬਚਨ ਆਉਂਦੇ। ਇੱਕ ਸਾਧ ਸੰਗਤ ਆਪਾਂ ਬਚਨ ਪੜ੍ਹਦੇ ਹਾਂ ਗੁਰੂ ਸ਼ਹੀਦਾਂ ਦੇ ਸਿਰਤਾਜ ਦਾ, ਸ਼ਾਇਦ ਸੁਖਮਣੀ ਸਾਹਿਬ ਦੀ ਬਾਣੀ 'ਚ ਬਚਨ ਆਉਂਦਾ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਸਾਹਿਬ ਜੀ ਦਾ ਬਚਨ ਹੈ,
ਦ੍ਰਿਸ਼ਟ ਬਿਕਾਰੀ ਬੰਧਨ ਬੰਧੈ ਹਉ ਤਾਂ ਕੇ ਬਲ ਜਾਈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਅਨੁੱਠੀ ਰਚਨਾ ਦੇ ਵਿੱਚ ਸਾਧ ਸੰਗਤ ਬਹੁਤ ਅਮੋਲਕ ਬਚਨ ਹਨ। ਭਾਈ ਸਾਹਿਬ ਜੀ ਨੇ ਇਸ ਤਰ੍ਹਾਂ ਨਾਲ ਬਚਨ ਫਰਮਾਇਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਸ ਤਰ੍ਹਾਂ ਲੜੀ ਦੇ ਵਿੱਚ ਪਹਿਲਾਂ ਮਾਂ ਕਿਹਾ, ਫਿਰ ਭੈਣ ਕਿਹਾ, ਫਿਰ ਧੀ ਆਖਿਆ। ਮਤਲਬ ਜੇ ਵੱਡੀ ਹੈ ਤੇ ਤੈਨੂੰ ਉਹਦੇ ਵਿੱਚ ਆਪਣੀ ਮਾਂ ਦਾ ਰੂਪ ਦਿਸਣਾ ਚਾਹੀਦਾ। ਮਾਂ ਦੇ ਸਮਾਨ ਜਾਣ ਕੇ ਉਹਦਾ ਸਤਿਕਾਰ ਕਰ, ਪਰਾਈ ਔਰਤ ਦਾ। ਭਾਈ ਗੁਰਦਾਸ ਸਾਹਿਬ ਨੇ ਆਖਿਆ, ਇਹ ਗੁਰਮਤ ਦਾ ਅਸੂਲ ਹੈ। ਜੇ ਬਰਾਬਰ ਦੀ ਹੈ, ਹਮ ਉਮਰ ਹੈ, ਉਹ ਤੇਰੀ ਭੈਣ ਦੇ ਬਰਾਬਰ ਹੈ। ਜੇ ਉਮਰ ਵਿੱਚੋਂ ਛੋਟੀ ਹੈ ਤੇ ਧੀ ਸਮਾਨ। ਸਾਧ ਸੰਗਤ ਫਿਰ ਕਲਯੁਗ ਨਹੀਂ ਵਰਤੇਗਾ, ਫਿਰ ਸਤਯੁਗ ਵਰਤੇਗਾ। ਇਹ ਗੁਰਾਂ ਦੀ ਸਿੱਖਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਆਖਿਆ ਵਾਰਾਂ ਦੇ ਵਿੱਚ, ਉਹਨਾਂ ਦੀ ਪੌੜੀ ਦੇ ਵਿੱਚ ਇੱਕ ਬਚਨ ਹੈ। ਆਪ ਜੀ ਕਹਿੰਦੇ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਇਹ ਘੋਲ ਘੁਮਾਇਆ ਦਾ ਮਤਲਬ ਹੁੰਦਾ ਸਦਕੇ ਜਾਣਾ, ਕੁਰਬਾਨ ਜਾਣਾ, ਵਾਰੇ ਵਾਰੇ ਜਾਣਾ। ਭਾਈ ਸਾਹਿਬ ਜੀ ਬ੍ਰਹਮ ਗਿਆਨੀ, ਏਡੇ ਵੱਡੇ ਸਾਧ ਸੰਗਤ ਪੁਰਸ਼, ਏਡੇ ਮਹਾਂਪੁਰਖ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਸਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ। ਰਿਸ਼ਤੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ ਲੱਗੇ। ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਣਾ, ਘੋਲ ਕਮਾਈ ਜਾਣਾ, ਕੁਰਬਾਨ ਜਾਣਾ, ਬਲਿਹਾਰੇ ਜਾਣਾ। ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਜਿਹੜਾ ਪਰਾਏ ਰੂਪ ਨੂੰ ਨਹੀਂ ਤੱਕਦਾ, ਪਰਾਏ ਤਨ ਦੇ ਨੇੜੇ ਨਹੀਂ ਜਾਂਦਾ। ਸੋ ਸਾਧ ਸੰਗਤ ਆਚਰਣ ਉੱਚੇ ਦੀ ਗੱਲ ਮਿਲਦੀ ਹੈ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਇਤਿਹਾਸ ਦੇ ਵਿੱਚ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਜੀ ਨੇ ਇੱਕ ਬਚਨ ਆਖਿਆ ਸਾਧ ਸੰਗਤ ਜੀ। ਉਹ ਬਚਨ ਚਰਿਤਰਾਂ ਦੇ ਵਿੱਚ ਆਉਂਦਾ ਹੈ। ਕਹਿੰਦੇ ਨੇ ਉਸ ਬਚਨ ਦੇ ਬਾਬਤ ਕਿ ਕਲਗੀਧਰ ਪਿਤਾ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਿਆ ਦਿੱਤੀ ਸੀ ਬਚਪਨ ਦੇ ਅੰਦਰ। ਇਹ ਗੱਲ ਪੱਕੀ ਹੈ ਕਿ ਬਚਪਨ ਦੇ ਵਿੱਚ ਜੋ ਕੁਝ ਸਿਖਾਇਆ ਜਾਂਦਾ ਬੱਚੇ ਨੂੰ, ਸਾਧ ਸੰਗਤ ਉਹਦਾ ਕੋਰਾ ਹਿਰਦਾ ਹੁੰਦਾ ਹੈ, ਕੋਰੀ ਸਲੇਟ ਦੀ ਤਰ੍ਹਾਂ, ਕੋਰੇ ਕਾਗਜ਼ ਦੀ ਤਰ੍ਹਾਂ। ਉਹਦੇ ਉੱਤੇ ਉਮਰ ਭਰ ਲਈ ਉਕਰਿਆ ਜਾਂਦਾ। ਉਹ ਯਾਦਾਂ ਕੱਢਣੀਆਂ ਬਾਅਦ ਚ ਬੜੀਆਂ ਔਖੀਆਂ ਹੁੰਦੀਆਂ। ਇਸ ਲਈ ਮੈਂ ਥੋੜਾ ਜਿਹਾ ਅਲਫਾਜ਼ ਕਰੜੇ ਬੋਲਣ ਲੱਗਾ, ਮਾਫ ਕਰਨਾ। ਉਹ ਮਹਾਨ ਮੂਰਖ ਲੋਕ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਗਾਲਾਂ ਸਿਖਾਉਂਦੇ ਨੇ, ਬੁਰਾ ਬੋਲਣਾ ਸਿਖਾਉਂਦੇ ਨੇ। ਮਾਂ ਪਿਓ ਜਾਂ ਵੱਡੇ ਵਡੇਰੇ ਜੇ ਬੱਚਿਆਂ ਨੂੰ ਸਾਧ ਸੰਗਤ ਗੁਰਬਾਣੀ ਸਿਖਾਉਣ, ਇਤਿਹਾਸ ਦੀ ਲੋਰੀ ਦੇਣ, ਇਤਿਹਾਸ ਦੀ ਸਾਖੀ ਇੱਕ ਵਾਰਾਂ ਵਸ ਗਈ ਬੱਚੇ ਦੇ ਅੰਦਰ, ਸਾਰੀ ਉਮਰ ਦੇ ਲਈ ਸਾਧ ਸੰਗਤ ਉਹਦੇ ਅੰਦਰ ਆਪਣਾ ਥਾਂ ਬਣਾ ਕੇ ਰੱਖੇਗੀ। ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਕਹਿੰਦੇ, ਸਾਡੇ ਪਿਤਾ ਜੀ ਨੇ ਸਾਨੂੰ ਆਖਿਆ, ਉਹ ਬਚਨ ਨੇ ਗਰੀਬ ਨਵਾਜ ਦੇ। ਮਹਾਰਾਜ ਜੀ ਕਹਿੰਦੇ, ਸੁਧ ਜਬ ਤੇ ਹਮ ਤਰੀ ਬਚਨ ਗੁਰਦਹੇ ਹਮਾਰੇ। ਸੁਧ ਦਾ ਮਤਲਬ ਹੈ ਜਦੋਂ ਅਸੀਂ ਹੋਸ਼ ਸੰਭਾਲ ਲਈ, ਜਦੋਂ ਅਸੀਂ 5-6 ਵਰਿਆਂ ਦੇ ਹੋਏ ਨਾ, ਹੋਸ਼ ਸੰਭਲ ਲਈ। ਸਾਡੇ ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ, ਸਿੱਖਿਆ ਦਿੰਦੇ ਨੇ ਤੇ ਸਿੱਖਿਆ ਦੇ ਕੇ ਗੁਰੂ ਮਹਾਰਾਜ ਨੇ ਸਾਨੂੰ ਆਖਿਆ, ਪੂਤ ਇਹ ਪ੍ਰਣ ਤੋਂ ਹੈ। ਮਹਾਰਾਜ ਨੇ ਆਖਿਆ ਪ੍ਰਣ ਕਰਨਾ ਪੁੱਤਰ ਆਪਣੀ ਜ਼ਿੰਦਗੀ ਦੇ ਅੰਦਰ। ਪੂਤ ਇਹ ਪ੍ਰਣ ਤੋਂ ਹੈ ਜਬ ਲਗ ਘਟ ਥਾਰੇ, ਜਦੋਂ ਤੱਕ ਤੇਰੇ ਸਰੀਰ ਵਿੱਚ ਜਿੰਦ ਹੈ। ਪੂਤ ਇਹ ਪ੍ਰਣ ਤੋਂ ਹੈ ਪ੍ਰਾਣ ਜਬ ਲਗ ਘਟ ਥਾਰੇ। ਮਹਾਰਾਜ ਸਾਹਿਬ ਜੀ ਕਹਿੰਦੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬੜਾਈਓ। ਆਪਣੀ ਔਰਤ ਨੂੰ ਪਿਆਰ ਕਰਨਾ ਸਾਧ ਸੰਗਤ ਇਹ ਕੋਈ ਧਰਮ ਤੋਂ ਉਲਟ ਨਹੀਂ। ਪਰਿਵਾਰ ਦੇ ਵਿੱਚ ਵਿਚਰਨਾ, ਪਿਆਰ ਨੂੰ ਪਿਆਰ ਕਰਨਾ, ਵੱਡਿਆਂ ਦਾ ਸਤਿਕਾਰ ਕਰਨਾ, ਸਾਧ ਸੰਗਤ ਇਹ ਗੁਰਮਤ ਹੈ। ਪਰ ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਨਿਜ ਨਾਰੀ ਕੇ ਸੰਗ ਨੇਹ ਤੁਮ ਸਤ। ਮਹਾਰਾਜ ਨੇ ਆਖਿਆ ਨਿਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਪਰ ਜਿਹੜੀ ਪਰਾਈ ਔਰਤ ਦੀ ਸੇਜ ਹੈ ਉਹਦੇ ਉੱਤੇ ਭੁੱਲ ਕੇ ਸੁਪਨੇ 'ਚ ਵੀ ਨਹੀਂ ਜਾਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਦੂਜਾ ਬਚਨ ਫਰਮਾਇਆ, ਨਿੰਦਿਆ, ਪਰਾਈ ਨਿੰਦਾ। ਪਰਾਈ ਨਿੰਦਾ ਦਾ ਮਤਲਬ ਹੁੰਦਾ ਹੈ ਸਾਧ ਸੰਗਤ ਦੂਜੇ ਨੂੰ ਛਟਿਆਉਣ ਦੇ ਲਈ ਉਹਦੇ ਪਿੱਠ ਪਿੱਛੇ ਗੱਲ ਕਰਨੀ, ਗੱਲ ਨੂੰ ਵਧਾ ਚੜਾ ਕੇ ਬਿਆਨ ਕਰਨਾ, ਔਰ ਹੋ ਹੀ ਜਾਂਦਾ ਹੈ। ਤਕਰੀਬਨ ਬਚ ਕੇ ਰਹਿਣਾ ਚਾਹੀਦਾ। ਕਈ ਕਹਿੰਦੇ ਜੀ ਅਸੀਂ ਸੱਚ ਹੀ ਬੋਲ ਰਹੇ ਹਾਂ। ਹੁੰਦਾ ਇਉਂ ਹੈ ਸਾਧ ਸੰਗਤ, ਜਦੋਂ ਕੋਈ ਕਿਸੇ ਦੇ ਬਾਰੇ ਗੱਲ ਕਰਦਾ ਹੈ ਨਾ, ਤੇ ਉਹ ਕੁਦਰਤੀ ਗੱਲ ਹੈ। ਇਹ ਸਿਆਣਿਆਂ ਦਾ ਮਤ ਹੈ ਵੀ ਗੱਲ ਜਦੋਂ ਤੀਜੀ ਥਾਂ ਚੌਥੀ ਥਾਂ ਤੇ ਜਾਂਦੀ ਤਕਰੀਬਨ ਬਦਲ ਜਾਂਦੀ ਹੈ।
ਤੇ ਜਦੋਂ ਗੱਲ 5ਵੇਂ 7ਵੇਂ ਥਾਂ ਉੱਤੇ ਜਾਵੇ, 5-7 ਜਾਣੀ ਬੰਦਿਆਂ ਦੇ ਵਿੱਚੋਂ ਲੰਘ ਕੇ ਜਾਵੇ, 5-7 ਮੂੰਹਾਂ ਦੇ ਵਿੱਚੋਂ ਲੰਘ ਕੇ ਅੱਗੇ ਗੱਲ ਜਾਏਗੀ, ਫਿਰ ਤੇ ਟੋਟਲੀ ਉਹਦੀ ਥਿਊਰੀ ਬਦਲ ਜਾਏਗੀ। ਇਸ ਕਰਕੇ ਬੰਦਾ ਜਦੋਂ ਦੂਜੇ ਦੇ ਬਾਰੇ ਗੱਲ ਕਰਦਾ ਹੈ, ਉਹ ਫਲਾਣਾ ਬੰਦਾ ਇਉਂ ਹੈ ਇਉਂ ਹੈ, ਕੁਝ ਨਾ ਕੁਝ, ਜਿਵੇਂ ਆਟਾ ਜਦੋਂ ਸਾਧ ਸੰਗਤ ਗੁੰਨ ਕੇ ਉਹਦੀ ਰੋਟੀ ਬਣਾਈ ਦੀ ਪਲੇਥਣ ਲਾਈਦਾ ਹੈ ਨਾ, ਸੁੱਕਾ ਆਟਾ ਉਹਨੂੰ ਪਲੇਥਣ ਕਹਿੰਦੇ, ਉਹ ਬੰਦਾ ਕੋਲੋਂ ਕੋਈ ਨਾ ਕੋਈ ਤੇ ਲਾ ਹੀ ਦਿੰਦਾ ਥੋੜੀ ਜੀ ਗੱਲ। ਬਸ ਜਿਹੜੀ ਗੱਲ ਸਾਧ ਸੰਗਤ ਆਪਣੇ ਕੋਲੋਂ ਦੂਜੇ ਨੂੰ ਛੁਟਿਆਉਣ ਵਾਸਤੇ ਕਹਿ ਦਿੱਤੀ ਉਹ ਨਿੰਦਾ ਹੈ, ਕੋਲੋਂ ਬਣਾ ਕੇ ਕਹਿ ਦਿੱਤੀ ਉਹ ਨਿੰਦਾ ਹੈ। ਤੇ ਸਾਧ ਸੰਗਤ ਨਿੰਦਾ ਨੂੰ ਜੇ ਸੌਖਾ ਸਮਝਣਾ, ਗੱਲ ਨੂੰ ਉਲਟ ਕਰਨਾ, ਫੁੱਲ ਸੁਗੰਧੀ ਦੇ ਰਿਹਾ ਹੈ ਤੇ ਕਹਿਣਾ ਫੁੱਲ ਦੁਰਗੰਧੀ ਦੇ ਰਿਹਾ ਹੈ, ਟਿਊਬਲਾਈਟ ਰੋਸ਼ਨੀ ਦੇ ਰਹੀ ਹੈ ਤੇ ਕਹਿਣ ਵਾਲਾ ਇਹ ਕਵੇ ਹਨੇਰਾ ਹੈ, ਟਿਊਬਲਾਈਟ ਰੋਸ਼ਨੀ ਨਹੀਂ ਦੇ ਰਹੀ। ਸਾਧ ਸੰਗਤ ਇਹਦਾ ਮਤਲਬ ਨਿੰਦਾ ਹੈ। ਜਿਹੜੀ ਨਿੰਦਾ ਹੈ ਇਹਦੀ ਬੜੀ ਵੱਡੀ ਸਜ਼ਾ ਹੈ। ਵੇਖਣ ਨੂੰ ਸਾਧ ਸੰਗਤ ਤੇ ਸਧਾਰਨ ਜੀ ਗੱਲ ਹੈ, ਪਰ ਗੁਰੂ ਘਰ ਦੇ ਵਿੱਚ ਜਿਹੜੀ ਪਰਾਈ ਨਿੰਦਾ ਹੈ, ਇਹਦੇ ਬਾਰੇ ਜਿਹੜੇ ਬਚਨ ਨੇ ਸਾਹਿਬ ਦੀ ਪਾਵਨ ਬਾਣੀ ਵਿੱਚ ਕਿ ਪਰਾਈ ਨਿੰਦਾ ਕਰਨ ਵਾਲੇ ਨਿੰਦਕ ਨੂੰ ਥਾਂ ਨਹੀਂ ਮਿਲਣਾ। ਇੱਕ ਤੇ ਉਹਦੀ ਪ੍ਰਲਬਧ ਜਿਹੜੀ ਵਿਗੜੇਗੀ ਸੰਸਾਰ ਦੇ ਵਿੱਚ, ਆਪਣੇ ਮਾਨੋ ਪਰਾਈ ਨਿੰਦਾ ਕਰਕੇ ਆਪਣੇ ਪੈਰਾਂ ਤੇ ਮੂਰਖ ਆਪ ਕੁਹਾੜਾ ਮਾਰ ਰਿਹਾ ਹੈ। ਆਪਣੀ ਸਾਧ ਸੰਗਤ ਜ਼ਿੰਦਗੀ ਵਿੱਚ ਤਰੱਕੀ ਨੂੰ ਜੋ ਮਿਲਣੀ ਸੀ ਆਤਮਿਕ ਜੀਵਨ ਦੀ ਜਾਂ ਸੰਸਾਰਕ ਤਰੱਕੀ ਵੀ ਹਰ ਤਰ੍ਹਾਂ ਦੀ, ਕਿਉਂਕਿ ਜੋ ਕੁਝ ਮਿਲਦਾ ਗੁਰਾਂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਉਹਦੇ ਵਿੱਚ ਰੋੜਾ ਬਣ ਰਿਹਾ ਖੁਦ ਆਪਣੇ ਆਪ ਹੀ, ਮਾਨੋ ਆਪਣੀਆਂ ਜੜ੍ਹਾਂ 'ਚ ਤੇਲ ਦੇ ਰਿਹਾ ਹੈ। ਦੂਜਾ ਅੱਗਾਂ ਤੇ ਉਹਦਾ ਵਿਗੜੇਗਾ ਹੀ ਵਿਗੜੇਗਾ। ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਇਹੋ ਜਿਹੇ ਬਚਨ ਨੇ, ਸਾਧ ਸੰਗਤ ਪੜ੍ਹੀਏ ਜੇ ਕਿਤੇ ਵਿਚਾਰੀਏ, ਤੇ ਜੇ ਬੰਦਾ ਵਿਚਾਰ ਲਵੇ ਪੜ੍ਹ ਕੇ, ਹਾਂ ਪੜ੍ਹਿਆ ਇੱਕ ਕੰਨੋਂ ਸੁਣਿਆ ਦੂਜਿਓਂ ਕੱਢ ਦਿੱਤਾ ਤੇ ਕੋਈ ਫਰਕ ਨਹੀਂ, ਭਾਵੇਂ ਆਪਾਂ ਸਾਰੀਆਂ ਇਹਦੇ ਵਿੱਚ ਸ਼ਾਮਲ, ਪਰ ਜੇ ਕਿਤੇ ਵਿਚਾਰ ਲੈ ਜਾਣ ਬਚਨ ਤੇ ਇਹਨੂੰ ਸਾਧ ਸੰਗਤ ਤਲਾਂਜਲੀ ਦੇ ਦਿੱਤੀ ਜਾਏ ਵੀ ਅੱਜ ਤੋਂ ਬਾਅਦ ਮੇਰੀ ਤੌਬਾ, ਮੈਂ ਨਹੀਂ ਕਿਸੇ ਦੀ ਨਿੰਦਾ ਕਰਨੀ, ਨਹੀਂ ਨਿੰਦਾ ਕਿਸੇ ਦੀ ਸੁਣਨੀ, ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲਣਗੀਆਂ। ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਬਚਨ ਨੇ ਸਾਧ ਸੰਗਤ ਭਗਤ ਰਵਿਦਾਸ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਨਿੰਦਾ ਦੇ ਬਾਰੇ, ਬਾ ਕਮਾਲ ਉਹਨਾਂ ਨੇ ਸਾਧ ਸੰਗਤ ਬਚਨ ਫਰਮਾਇਆ। ਦਰਗਾਹੀ ਬਚਨ ਆਪ ਜੀ ਕਹਿੰਦੇ ਨੇ, ਜੇ ਉਹ 68 ਤੀਰਥ ਨਹਾਵੇ, ਕੋਈ ਬੰਦਾ ਹੈ ਉਹਦੇ ਬਾਰੇ ਕਹਿ ਰਹੇ ਨੇ, ਉਹ ਕੋਈ ਵੀ ਹੋ ਸਕਦਾ, ਉਹ 68 ਤੀਰਥਾਂ ਦੇ ਉੱਤੇ ਗਿਆ, ਇਸ਼ਨਾਨ ਕੀਤਾ ਉਹਨੇ 68 ਤੀਰਥਾਂ ਦਾ, ਕਿਉਂਕਿ ਭਾਰਤ ਧਰਤੀ ਦੇ ਉੱਪਰ 68 ਤੀਰਥ ਨੇ ਪ੍ਰਸਿੱਧ ਤੀਰਥ, 68 ਤੀਰਥਾਂ ਦਾ ਇਸ਼ਨਾਨ ਕੀਤਾ। ਤੇ ਆਪ ਜੀ ਕਹਿੰਦੇ ਨੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਦੁਆਦਸ ਦਾ ਮਤਲਬ ਹੁੰਦਾ ਦੁਆ ਤੇ 10 ਬਣ ਗਏ, 2 + 10 12। ਇਹ ਜਿਹੜੀ ਹੈ ਨਾ 12 ਤਰ੍ਹਾਂ ਦੀ ਸ਼ਿਵਲਿੰਗ ਦੀ ਪੂਜਾ ਕਰੇ, ਸ਼ਿਵਲਿੰਗ ਦੀ ਪੂਜਾ ਜਿਹੜੀ ਹੈ 12 ਤਰ੍ਹਾਂ ਨਾਲ ਕਰੇ ਸਾਧ ਸੰਗਤ। ਤੇ ਜਿਹੜੀ ਦੁਆਦਸ ਸਿਲਾ ਦੀ ਪੂਜਾ ਹੈ ਨਾ, ਸ਼ਿਵਲਿੰਗ ਦੀ 12 ਤਰ੍ਹਾਂ ਨਾਲ ਪੂਜਾ, ਉਹ ਉਹਦੇ ਵਿੱਚ ਜਿਸ ਤਰ੍ਹਾਂ ਨਾਲ ਆ ਗਿਆ ਸੋਮਨਾਥ, ਬਦਰੀ ਨਾਰਾਇਣ, ਕੇਦਾਰ, ਇਸੇ ਤਰ੍ਹਾਂ ਸਾਧ ਸੰਗਤ ਵਿਸ਼ੇਸ਼ਵਰ, ਰਾਮੇਸ਼ਵਰ, ਨਾਗੇਸ਼ਵਰ, ਇਸੇ ਤਰ੍ਹਾਂ ਬੈਜਨਾਥ, ਭੀਮ ਸ਼ੰਕਰ, ਇਹ 12 ਤਰ੍ਹਾਂ ਨਾਲ ਜਿਹੜੀ ਪੂਜਾ ਮੰਨੀ ਗਈ ਹੈ ਸ਼ਿਵਲਿੰਗ ਦੀ ਪੂਜਾ। ਫਿਰ ਸਾਧ ਸੰਗਤ ਸਾਲਗ੍ਰਾਮ ਦੀ ਜਿਹੜੀ ਹੁੰਦੀ ਹੈ ਨਾ ਪੂਜਾ, ਉਹ ਵਿਸ਼ਨੂੰ ਦੀ ਪੂਜਾ ਮੰਨਦੇ ਨੇ, ਤੇ ਜਿਹੜੀ ਹੁੰਦੀ ਹੈ ਸਿਲਾ ਦੀ ਪੂਜਾ, ਉਹ ਸ਼ਿਵਜੀ ਮਹਾਰਾਜ ਦੀ ਪੂਜਾ ਮੰਨੀ ਜਾਂਦੀ ਹੈ। ਜੇ ਉਹ 12 ਤਰ੍ਹਾਂ ਦੀ ਪੂਜਾ ਕਰਦਾ, 12 ਤਰ੍ਹਾਂ ਦੀ ਪੂਜਾ ਜਾਣੀ ਕਠਿਨ ਪੂਜਾ ਹੈ, ਕਠਿਨ ਕੰਮ ਹੈ। ਜੇ ਉਹ 12 ਤਰ੍ਹਾਂ ਦੀ ਪੂਜਾ ਕੀਤੀ ਹੈ, ਉਹਨੇ 68 ਤੀਰਥਾਂ ਉੱਤੇ ਇਸ਼ਨਾਨ ਕੀਤਾ। ਹੁਣ ਵੇਖੋ ਕਿੰਨੇ ਸੌਖੇ ਤਰੀਕੇ ਨਾਲ ਮੈਂ ਕਹਿ ਦਿੱਤਾ, ਮਾਫ ਕਰਨਾ ਤੁਸੀਂ ਸੁਣ ਲਿਆ, ਪਰ ਜਿਹਨੇ ਕੀਤਾ ਉਹਨੂੰ ਪਤਾ ਨਾ ਕਿੰਨਾ ਔਖਾ 68 ਤੀਰਥਾਂ ਉੱਤੇ ਇਸ਼ਨਾਨ ਕਰਨਾ, 12 ਤਰ੍ਹਾਂ ਨਾਲ ਪੂਜਾ ਕਰਨੀ ਸ਼ਿਵਲਿੰਗ ਦੀ। ਤੇ ਭਗਤ ਜੀ ਕਹਿੰਦੇ ਹਨ, ਜੇ ਉਹ 68 ਤੀਰਥ ਨਹਾਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਪਰ ਕਹਿੰਦੇ ਜੇ ਉਹ ਕੂਪ ਤਟਾ ਦਿਵਾਵੇ, ਇੱਕ ਕੰਮ ਹੋਰ ਕਰੇ, ਕੂਪ ਆਖੀ ਦਾ ਖੂਹ ਨੂੰ। ਪੁਰਾਣੇ ਸਮੇਂ ਦੇ ਅੰਦਰ ਆਪ ਨੂੰ ਪਤਾ ਹੋਣਾ, ਕੱਚੇ ਰਾਵਾਂ ਉੱਤੇ ਜਿਹੜੇ ਬਜ਼ੁਰਗ ਸਨ, ਦੂਰ ਦੂਰ ਸ਼ਹਿਰ ਸਨ, ਆਵਾਜਾਈ ਦੇ ਸਾਧਨ ਘੱਟ ਸਨ, ਕੱਚੀਆਂ ਰਾਵਾਂ ਉੱਤੇ ਨਲਕੇ ਲਵਾ ਦਿੰਦੇ ਸਨ, ਖੂਹ ਲਵਾ ਦਿੰਦੇ ਸਨ, ਲੋਕ ਭਲਾਈ ਵਾਸਤੇ ਕੰਮ ਕੀਤੇ ਜਾਂਦੇ। ਅੱਜ ਵੀ ਲੋਕ ਨੇ ਜਿਹੜੇ ਲੋਕ ਭਲਾਈ ਦੇ ਵਾਸਤੇ ਭਲੇ ਲੋਕ ਕੰਮ ਕਰਦੇ ਨੇ। ਕਈ ਉਹ ਲੋਕ ਹੁੰਦੇ ਜਿਹੜੇ ਲੋਕਾਂ ਦਾ ਸਾਧ ਸੰਗਤ ਘਰ ਲੁੱਟਦੇ, ਕਈ ਜਿਹੜੇ ਹੁੰਦੇ ਉਹ ਦੂਜਿਆਂ ਦਾ ਭਲਾ ਲੋਚਦੇ ਨੇ, ਭਲੇ ਇਨਸਾਨ ਦੂਜਿਆਂ ਦਾ ਭਲਾ ਹੀ ਮੰਗਦੇ ਨੇ। ਜੇ ਉਹ ਕੂਪ ਤਟਾ ਦਿਵਾਵੇ, ਜਾਣੀ ਉਹ
ਖੂਹ ਲਵਾ ਦੇਵੇ, ਥਾਂ ਥਾਂ ਉੱਤੇ ਖੂਹ ਲਵਾਵੇ ਲੋਕਾਂ ਦੇ ਲਈ, ਤਾਂ ਕਿ ਪਾਣੀ ਵਰਤ ਕੇ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਸਕਣ ਤੇ ਲੋਕੀ ਅਸੀਸਾਂ ਦੇਣਗੇ ਉਹਨੂੰ। ਇਹ ਵੀ ਕੰਮ ਕਰ ਦਿੱਤਾ ਉਹਨੇ। ਫਿਰ ਆਪ ਜੀ ਕਹਿੰਦੇ ਨੇ, ਕਰੈ ਨਿੰਦ ਸਭ ਬਿਰਥਾ ਜਾਵੇ। ਨਿੰਦਾ ਕਰਨ ਲੱਗ ਪਵੇ, ਇੰਨੇ ਕੀਤੇ ਕੰਮ ਮੰਨ ਲਓ ਮਿੱਟੀ 'ਚ ਰਲ ਗਏ, ਕਿਸੇ ਅਰਥ ਨਹੀਂ, ਸਭ ਬਿਰਥਾ ਚਲਾ ਗਿਆ, ਵਿਅਰਥ ਚਲਾ ਗਿਆ। ਨਿੰਦਾ ਜਿਹੜੀ ਹੈ ਇਹਦਾ ਸਾਧ ਸੰਗਤ ਇੰਨਾ ਜਿਹੜਾ ਫਲ ਹੈ ਇਸ ਤਰ੍ਹਾਂ ਦਾ ਵੀ ਸਾਰਾ ਕੁਝ ਜਿਹੜਾ ਉਹਨੂੰ ਖਤਮ ਕਰ ਦਿੰਦੀ ਹੈ। ਨਿੰਦਾ ਇੰਨੀ ਮਾੜੀ ਹੈ। ਫਿਰ ਅੱਗੇ ਬਚਨ ਹੋਰ ਫਰਮਾਏ ਨੇ ਭਗਤ ਜੀ ਹੋਰਾਂ ਨੇ। ਆਪ ਜੀ ਕਹਿੰਦੇ ਨੇ ਕਿ ਕਰੈ ਨਿੰਦ ਸਭ ਬਿਰਥਾ ਜਾਵੇ, ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਸਾਧ ਦਾ ਜਿਹੜਾ ਨਿੰਦਕ ਹੁੰਦਾ ਨਾ, ਸੁਖਮਨੀ ਸਾਹਿਬ ਦੀ ਬਾਣੀ 'ਚ ਸੱਚੇ ਪਾਤਸ਼ਾਹ ਨੇ 13ਵੀਂ ਅਸ਼ਟਪਦੀ ਦੇ ਵਿੱਚ ਸੰਤ ਦੇ ਨਿੰਦਾ ਦੀ ਗੱਲ ਕੀਤੀ ਹੈ। ਸੰਤ ਸ਼ਰਨ ਸ਼ਲੋਕ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਜੇ ਆਪ ਜੀ ਕਹਿੰਦੇ ਜਿਹੜਾ ਨਿੰਦਾ ਸਾਧ ਦੀ ਕਰਦਾ, ਭਲੇ ਪੁਰਸ਼ ਦੀ ਨਿੰਦਾ ਕਰਦਾ ਹੈ, ਸਰ ਪਰ ਜਾਨੋ, ਸਰ ਪਰ ਦਾ ਮਤਲਬ ਯਕੀਨ ਕਰਕੇ ਜਾਣ ਲਓ, ਪੱਕੀ ਗੱਲ ਹੈ, 100% ਗਰੰਟਡ ਗੱਲ ਹੈ। ਆਪ ਜੀ ਕਹਿੰਦੇ ਨੇ ਉਹ ਬੰਦਾ ਨਰਕ ਨੂੰ ਜਾਏਗਾ, ਨਰਕਾਂ ਦਾ ਰਾਹ ਉਹਨੇ ਮਾਨੋ ਤਿਆਰ ਕਰ ਲਿਆ ਆਪਣੇ ਲਈ। ਸੱਚੇ ਪਾਤਸ਼ਾਹ ਮਹਾਰਾਜ ਦੀ ਫਿਰ ਅੱਗੇ ਪਾਵਨ ਬਾਣੀ ਦੇ ਵਿੱਚ ਬਚਨ ਆਪ ਜੀ ਕਹਿੰਦੇ, ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਗ੍ਰਹਿਣ ਕਰੇ ਕੁਲ ਖੇਤ ਦਾ ਮਤਲਬ ਹੈ ਸਾਧ ਸੰਗਤ ਗੁਰੂ ਕਸ਼ੇਤਰ ਜਾ ਕੇ ਗ੍ਰਹਿਣ ਕਰੇ, ਭਾਵ ਇਸ਼ਨਾਨ ਕਰੇ। ਕੁਲ ਖੇਤ ਦਾ ਮਤਲਬ ਗੁਰੂ ਕਸ਼ੇਤਰ, ਇਹ ਤੀਰਥ ਸਥਾਨ ਹੈ ਜਿੱਥੇ ਜੰਗ ਹੋਇਆ, ਬਹੁਤ ਵੱਡਾ ਕੁਰੂਕਸ਼ੇਤਰ ਦਾ ਮੈਦਾਨ, ਜਿੱਥੇ ਸਾਧ ਸੰਗਤ ਕੌਰਵਾਂ ਤੇ ਪਾਂਡਵਾਂ ਦਾ ਯੁੱਧ ਹੋਇਆ। ਇਹ ਜਿਹੜਾ ਕੁਰੂਕਸ਼ੇਤਰ ਹੈ ਉੱਥੇ ਜਾ ਕੇ ਇਸ਼ਨਾਨ ਕਰੇ ਇਸ ਤੀਰਥ ਦੇ ਉੱਪਰ। ਇਹ ਬਹੁਤ ਸ਼੍ਰੋਮਣੀ ਤੀਰਥ ਮੰਨਿਆ ਜਾਂਦਾ ਹੈ। ਜੇ ਉਹ ਗ੍ਰਹਿਣ ਕਰੇ ਕੁਰਖੇਤ, ਅਰਪੈ ਨਾਰ ਸਿੰਗਾਰ ਸਮੇਤ। ਬ੍ਰਾਹਮਣ ਜਿਹੜੇ ਸੀ ਕਹਿੰਦੇ ਸੀ ਵੀ ਇੱਕ ਦਾਨ ਇਹ ਹੈ ਵੀ ਤੁਸੀਂ ਆਪਣੀ ਔਰਤ ਹੈ ਨਾ ਜਿਹੜੀ, ਉਹਨੂੰ ਗਹਿਣਿਆਂ ਨਾਲ ਲੱਦ ਕੇ ਚੰਗੇ ਕੱਪੜੇ ਪਾ ਕੇ ਦਾਨ ਕਰ ਦਿਓ। ਦੇਵਦਾਸੀਆਂ ਇਦਾਂ ਹੀ ਹੁੰਦੀਆਂ ਸਨ। ਔਰ ਕਿਤੇ ਨਾ ਕਿਤੇ ਗੁਪਤ ਰੂਪ ਚ ਅੱਜ ਵੀ ਹੋ ਰਿਹਾ ਸਭ ਕੁਝ, ਵੀ ਬਹੁ ਬੇਟੀਆਂ ਚੜਾਈਆਂ ਜਾਂਦੀਆਂ ਨੇ ਡੇਰਿਆਂ ਵਿੱਚ। ਆ ਪਿੱਛੇ ਜੇ ਕੀ ਕੁਝ ਹੋਇਆ, ਸਾਧ ਸੰਗਤ ਆਪ ਨੂੰ ਪਤਾ ਹੀ ਹੈ, ਸਰਸੇ ਵਾਲੇ ਨੇ ਕੀ ਕੁਝ ਕੀਤਾ। ਪਤਾ ਨਹੀਂ ਕਿੰਨਿਆਂ ਦੀ ਇੱਜ਼ਤ ਖੇ ਖਵਾਰ ਕੀਤੀ ਉਸ ਜ਼ਾਲਮ ਨੇ। ਇਸ ਤਰ੍ਹਾਂ ਨਾਲ ਆਪ ਜੀ ਕਹਿੰਦੇ ਨੇ, ਇਹ ਦੂਜਾ ਪੱਖ ਹੈ। ਦ੍ਰਿਸ਼ਟਾਂਤ ਦੇ ਮੈਂ ਪਹਿਲਾਂ ਅਰਜ਼ ਕੀਤੀ ਵੀ ਇੱਕ ਪੱਖ ਲਈਦਾ ਹਮੇਸ਼ਾ, ਵੀ ਇਹ ਚਲੋ ਦਾਨ ਹੈ, ਦਾਨ ਕਰ ਰਿਹਾ ਹੈ, ਤੇ ਦਾਨ ਕੀਤਾ ਉਹਨੇ ਆਪਣੀ ਘਰਵਾਲੀ ਨੂੰ ਹਾਰ ਸ਼ਿੰਗਾਰ ਲਾ ਕੇ ਗਹਿਣਿਆਂ ਨਾਲ ਲੱਦ ਕੇ ਉਹਨੂੰ ਦਾਨ ਕਰ ਦਿੱਤਾ। ਦੋ ਕੰਮ ਕਰ ਰਿਹਾ ਹੈ, ਇੱਕ ਤੇ ਕੁਰੂਕਸ਼ੇਤਰ ਦੇ ਜਾ ਕੇ ਅਸਥਾਨ ਦੇ ਉੱਤੇ ਇਸ਼ਨਾਨ ਕੀਤਾ, ਦੂਜਾ ਉਹਨੇ ਆਪਣੀ ਘਰਵਾਲੀ ਨੂੰ ਦਾਨ ਕਰ ਦਿੱਤਾ ਬ੍ਰਾਹਮਣਾਂ ਨੂੰ। ਆਪ ਜੀ ਕਹਿੰਦੇ ਉਂਝ ਬੇਟੀ ਦਾ ਜਿਹੜਾ ਸਾਧ ਸੰਗਤ ਵਿਆਹ ਕਰਨਾ, ਇਹਨੂੰ ਧਰਮ ਦੀ ਦੁਨੀਆ 'ਚ ਬਹੁਤ ਵੱਡਾ ਦਾਨ ਮੰਨਿਆ ਗਿਆ ਹੈ। ਉਹ ਵੱਖਰੀ ਗੱਲ ਹੈ ਕਿ ਜੇ ਬੇਟੇ ਵਾਲੇ ਪੁੱਤ ਵਾਲੇ ਹੋਣ, ਇੱਕ ਨੰਬਰ ਦੇ ਭੁੱਖੜ ਨਹੀਂ। ਮਹਾਰਾਜ ਦੀ ਬਾਣੀ ਦੇ ਮੁਤਾਬਕ ਬਾਬਰ ਦੀ ਔਲਾਦ, ਮਹਾਰਾਜ ਦੀ ਬਾਣੀ ਮੁਤਾਬਕ, ਕਿਉਂਕਿ ਗਰੀਬ ਨਵਾਜ ਗੁਰੂ ਸੱਚੇ ਪਾਤਸ਼ਾਹ ਨਾਨਕ ਸਾਹਿਬ ਗਰੀਬ ਨਵਾਜ ਨੇ ਬਚਨ ਆਖਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਕੌਣ ਆਇਆ ਸੀ? ਬਾਬਰ ਆਇਆ ਸੀ ਕਾਬਲੋਂ, ਤੇ ਪਾਪੀਆਂ ਦੀ ਜੰਜ ਇਕੱਠੀ ਹੋ ਕੇ ਆਈ। ਉਹ ਲਾੜਾ ਹੈ, ਉਹ ਜੰਜ ਹੀ ਹੈ। ਸਾਧ ਸੰਗਤ ਉਹ ਲਾੜਾ ਹੈ ਤੇ ਨਾਲ ਉਹਦੇ ਜਿਹੜੇ ਆਏ ਨੇ ਉਹ ਪਾਪੀਆਂ ਦੀ ਜੰਜ ਹੈ। ਜਦੋਂ ਅੱਜ ਲਾੜੀ ਵਾਲੇ ਦੇ ਘਰ, ਕੁੜੀ ਵਾਲੇ ਦੇ ਘਰ ਸ਼ੋਰ ਸ਼ਰਾਬਾ ਕਰਦਿਆਂ ਹੁੰਦਿਆਂ, ਨੱਚਦਿਆਂ ਟੱਪਦਿਆਂ, ਹੁੱਲੜਬਾਜੀ ਕਰਦਿਆਂ, ਗੋਲੀਆਂ ਚਲਾਉਂਦਿਆਂ, ਸ਼ਰਾਬਾਂ ਪੀਂਦਿਆਂ, ਬੇਸ਼ਰਮਾਂ ਵਾਂਗ ਨਾਚ ਨੱਚਦੇ ਨੇ ਆਰਕੈਸਟਰਾ ਲਾ ਕੇ ਸਾਧ ਸੰਗਤ ਜੀ, ਤੇ ਉਹ ਬਾਬਰ ਦੀ ਔਲਾਦ ਨਹੀਂ ਤੇ ਹੋਰ ਬਾਬਾ ਨਾਨਕ ਸਾਹਿਬ ਦੀ ਔਲਾਦ ਕਵਾਂਗੇ। ਉਹ ਬਾਬਰ ਦੀ ਔਲਾਦ ਹੈ। ਕਿਤੇ ਰਹਿ ਗਈ ਭਾਰਤ ਵਿੱਚ ਜਿਹੜੇ ਲੰਮੀਆਂ ਲੰਮੀਆਂ ਲਿਸਟਾਂ ਬਣਾ ਕੇ ਦਿੰਦੇ ਕੁੜੀ ਵਾਲਿਆਂ ਨੂੰ ਵੀ ਆਹ ਕੁਝ ਸਾਨੂੰ ਦਿਓ, ਕਿਉਂਕਿ ਮੁੰਡੇ ਨੂੰ ਸੁੱਖ ਨਾਲ 15 ਕਿੱਲੇ ਜ਼ਮੀਨ ਦੇ ਆਉਂਦੇ। ਇੱਕ ਤੇ ਹੋਰ ਸ਼ਰਮ ਲਾ ਲਈ। ਸਾਡਾ ਤੇ ਮੁੰਡਾ ਜੀ ਗੁਰਸਿੱਖ ਹੈ, ਖਾਂਦਾ ਪੀਂਦਾ ਕੁਝ ਨਹੀਂ, ਅੰਮ੍ਰਿਤਧਾਰੀ ਹੈ। ਇਹਦਾ ਮਤਲਬ ਵੀ ਤੁਹਾਡੀ ਲੜਕੀ ਜਿਹੜੀ ਹੈ ਉਹਨੂੰ ਮਾਰੇਗਾ ਕੁੱਟੇਗਾ ਨਹੀਂ। ਇਸ ਕਰਕੇ ਲਿਸਟ ਵਿੱਚ ਥੋੜਾ ਜਿਹਾ ਵਾਧਾ ਹੋਰ ਹੋ ਜਾਣਾ ਚਾਹੀਦਾ ਹੈ। ਇਹ ਸਮਾਜ ਦੀ ਅਧੋਗਤੀ ਹੈ, ਬੁਰਾਈਆਂ ਨੇ ਸਾਧ ਸੰਗਤ। ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦਾ ਬਚਨ ਆਪ ਜੀ ਕਹਿੰਦੇ, ਜੇ ਉਹ ਗ੍ਰਹਿਣ ਕਰੇ ਕੁਰਖੇਤ। ਫਿਰ ਅੱਗੇ ਬਚਨ,
ਅਰਪੈ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਣੈ। ਸਾਰੀਆਂ ਸਿਮਰਤੀਆਂ 27 ਸਿਮਰਤੀਆਂ ਨੇ, ਉਹਨਾਂ ਨੂੰ ਕੰਨਾਂ ਦੇ ਨਾਲ ਸੁਣ ਲਿਆ। ਕਿਉਂਕਿ ਮਹਾਰਾਜ ਦੀ ਪਾਵਨ ਬਾਣੀ ਅਖੰਡ ਪਾਠ ਸਾਹਿਬ ਪਹਿਲੀ ਗੱਲ ਤੇ ਅਸੀਂ ਰਖਾਉਣਾ ਨਹੀਂ, ਜੇ ਰਖਾਇਆ ਫਿਰ ਸੁਣਨਾ ਨਹੀਂ। ਸਹਿਜ ਪਾਠ ਨਾ ਤੇ ਅਸੀਂ ਕਰਨਾ ਹੈ ਨਾ ਕਦੇ ਸੁਣਨਾ ਹੈ। ਇਹ ਬੜਾ ਪੁੰਨ ਦਾ ਕੰਮ ਹੁੰਦਾ ਹੈ ਸਾਧ ਸੰਗਤ। ਜਿਹੜਾ ਗੁਰੂ ਮਹਾਰਾਜ ਦੇ ਦਰ ਤੇ ਆਉਣਾ ਨਾ, ਇਹ ਬੜਾ ਵੱਡਾ ਪੁੰਨ ਦਾ ਕੰਮ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣਾ ਇਹ ਬੜਾ ਵੱਡਾ ਪੁੰਨ ਹੈ। ਕਰ ਅੰਜਲੀ, ਇਸ ਤਰ੍ਹਾਂ ਹੱਥਾਂ ਨੂੰ ਦੋਵਾਂ ਨੂੰ ਜੋੜ ਲੈਣਾ, ਇਹਨੂੰ ਅੰਜਲੀ ਆਖੀਦਾ ਹੈ। ਆਪਣੇ ਗੁਰਾਂ ਨੂੰ ਅੰਜਲੀ ਕਰ, ਸ਼ਰਧਾ ਨਾਲ ਹੱਥ ਜੋੜ ਕੇ ਮੱਥਾ ਟੇਕ, ਸ਼ਰਧਾ ਨਾਲ। ਇਹ ਸਮਝ ਸਾਹਮਣੇ ਪਾਰ ਬ੍ਰਹਮ ਪਰਮੇਸ਼ਰ ਬੈਠਾ, ਬੜਾ ਵੱਡਾ ਪੁੰਨ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਆਉਂਦਾ ਹੈ, ਉਹਦਾ ਮਤਲਬ ਇਹ 3 ਵਾਰ ਪਰਿਕਰਮਾ ਕਰਕੇ ਮਹਾਰਾਜ ਨੂੰ ਮੱਥਾ ਟੇਕ, ਦੰਡਵਤ ਵੀ ਕਰ, ਬੜਾ ਵੱਡਾ ਪੁੰਨ ਹੈ। ਕਰ ਅੰਜਲੀ ਪੁੰਨ ਵੱਡਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ, ਬੜਾ ਵੱਡਾ ਪੁੰਨ। ਸਗਲੀ ਸਿਮਰਤ ਸਰਵਣੀ ਸੁਣੈ, ਸਾਰੀਆਂ ਸਿਮਰਤੀਆਂ ਨੂੰ ਕੰਨਾਂ ਦੇ ਨਾਲ ਸੁਣੇ, ਬੜੇ ਧਿਆਨ ਨਾਲ ਉਹਨਾਂ ਦੇ ਪਾਠ ਨੂੰ ਸੁਣੇ। ਕਹਿੰਦੇ ਕਰੇ ਨਿੰਦ ਕਵਨੇ ਨਹੀਂ ਗੁਣੈ, ਨਿੰਦਾ ਕਰੇ ਸਾਰਾ ਕੁਝ ਮਿੱਟੀ ਹੋ ਗਿਆ। ਵੇਖੋ ਨਿੰਦਾ ਦਾ ਸਾਧ ਸੰਗਤ ਕਿੰਨਾ ਮਾੜਾ ਫਲ ਹੈ। ਨਿੰਦਾ ਸਭ ਕੁਝ ਖਤਮ ਕਰ ਦਿੰਦੀ ਹੈ। ਨਿੰਦਾ ਕਰ ਰਿਹਾ ਹੈ ਤੇ ਉਹਨੇ 3 ਕਰਮ ਕੀਤੇ ਪਹਿਲਾਂ ਦੱਸੇ। ਇੱਕ ਤੇ ਕੁਰੂਕਸ਼ੇਤਰ ਉੱਤੇ ਜਾ ਕੇ ਇਸ਼ਨਾਨ ਕੀਤਾ, ਘਰ ਵਾਲੀ ਨੂੰ ਦਾਨ ਕਰ ਦਿੱਤਾ ਗਹਿਣਿਆਂ ਨਾਲ ਲੱਦ ਕੇ। ਤੀਜਾ ਆਪ ਜੀ ਕਹਿੰਦੇ ਹਨ ਸਾਰੀਆਂ ਸਿਮਰਤੀਆਂ ਜਿਹੜੀਆਂ ਹਨ ਉਹਨਾਂ ਨੂੰ ਕੰਨਾਂ ਦੇ ਨਾਲ ਇਹਨਾਂ ਦੇ ਪਾਠ ਨੂੰ ਸੁਣਿਆ ਹੈ, ਪਰ ਨਿੰਦਾ ਕੀਤੀ ਤੇ ਸਭ ਕੁਝ ਹੀ ਖਤਮ। ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਸਾਧ ਸੰਗਤ ਦੇ ਬਚਨ ਨੇ। ਵਕਤ ਹੋ ਚੱਲਿਆ, ਇਸ ਲਈ ਅਖਰੀ ਅਰਥ ਕਰੀਏ। ਨਿੰਦਾ ਜਿਹੜੀ ਇਹਨੂੰ ਬਹੁਤ ਮਾੜਾ ਆਖਿਆ ਸਾਧ ਸੰਗਤ, ਬਹੁਤ ਮਾੜਾ। ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਨਿੰਦਾ ਜਿਹੜੀ ਇਹ ਆਦਤ ਬਣ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਇੱਕ ਬਚਨ ਆਪ ਜੀ ਕਹਿੰਦੇ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ। ਕੁੱਤੇ ਦੇ ਸੁਭਾਅ ਹੈ, ਕੁੱਤਾ ਕਿਸ ਤਰ੍ਹਾਂ ਉਸ ਸੁਭਾਅ ਤੋਂ ਦੂਰ ਹੋਵੇਗਾ। ਜਿਵੇਂ ਸੱਪ ਦਾ ਸੁਭਾਅ ਹੈ, ਉਹਨੂੰ ਦੁੱਧ ਪਿਆਈ ਜੋ ਉਹਦੇ ਅੰਦਰ ਤੇ ਸੱਪ ਦੇ ਅੰਦਰ ਜ਼ਹਿਰ ਹੀ ਬਣਨਾ, ਪ੍ਰਕਿਰਤੀ ਮੁਤਾਬਕ ਉਹਦਾ ਸੁਭਾਅ ਵਾਹਿਗੁਰੂ ਨੇ ਇਦਾਂ ਦਾ ਬਣਾਇਆ। ਇਸ ਤਰ੍ਹਾਂ ਨਾਲ ਜਿਹੜਾ ਕੁੱਤਾ ਉਹਦਾ ਸੁਭਾਅ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਸੱਪੇ ਦੁੱਧ ਪਿਆਈਐ ਵਿਹ ਮੁਖੋਂ ਸੱਟੈ। ਫਿਰ ਆਪ ਜੀ ਕਹਿੰਦੇ ਪੱਥਰ ਪਾਣੀ ਰੱਖੀਐ ਮਨ ਹੱਠ ਨ ਘਟੈ, ਚੋਆ ਚੰਦਨ ਪਰ ਹਰੈ ਕਰਖੇ ਪਲਟੈ। ਖਰ ਦੇ ਉੱਤੇ ਖੋਤੇ ਦੇ ਉੱਤੇ ਚੰਦਨ ਮਲੋ, ਬੜੀਆਂ ਖੁਸ਼ਬੂਆਂ ਮਹਿੰਗੀਆਂ ਸੈਂਟਾਂ ਲਾ ਦਿਓ, ਉਹਨੂੰ ਕੀ ਫਰਕ ਪੈਂਦਾ। ਉਹਨੇ ਤੇ ਖੇਹ ਵਿੱਚ ਪਲਸੇਟਨੇ ਲੈ ਕੇ ਹੀ ਸਵਾਦ ਲੈਣਾ ਹੈ, ਰੂੜੀਆਂ ਤੇ ਲੇਟ ਕੇ ਹੀ ਉਹਨੂੰ ਸਵਾਦ ਆਉਣਾ ਹੈ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਹਨ ਤਿਉ ਨਿੰਦਕ ਪਰ ਨਿੰਦਹੁ ਹੱਠ ਮੂਲ ਨਾ ਹਟੈ। ਇਸ ਤਰ੍ਹਾਂ ਜਿਹੜਾ ਪਰਾਈ ਨਿੰਦਾ ਦਾ ਜਿਹਨੂੰ ਸਵਾਦ ਪੈ ਗਿਆ ਉਹ ਨਹੀਂ ਹਟਦਾ। ਆਪਣ ਹੱਥੀਂ ਆਪਣੀ ਜੜ ਆਪ ਉਪਟੈ, ਇਹਦੇ ਵਿੱਚ ਕਿਸੇ ਦਾ ਕੁਝ ਨਹੀਂ ਵਿਗੜਦਾ। ਨਿੰਦਕ ਆਪਣੀ ਜੜ ਆਪ ਹੀ ਪੁੱਟਦਾ ਹੈ, ਇਸ ਤਰ੍ਹਾਂ ਨਾਲ ਆਪਣੇ ਜੀਵਨ ਨੂੰ ਖੇ ਖਰਾਬ ਕਰਦਾ ਹੈ। ਗਰੀਬ ਨਵਾਜ ਜੀ ਕਹਿ ਰਹੇ ਹਨ ਕਿ ਤੂੰ ਪਰਾਇਆ ਤਨ ਤੇ ਪਰਾਈ ਨਿੰਦਿਆ ਦੇ ਰਸ ਵਿੱਚ ਲੱਗਾ ਹੋਇਆ ਹੈ, ਮਾੜੀ ਮਤ ਧਾਰਨ ਕਰ ਲਈ ਹੈ। ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕਉ ਧਾਇਆ। ਮੁਕਤੀ ਦਾ ਮਾਰਗ, ਕਲਿਆਣ ਦਾ ਮਾਰਗ ਤੂੰ ਜਾਣਿਆ ਨਹੀਂ ਤੇ ਧਨ ਜੋੜਨ ਦੇ ਵਿੱਚ ਤੂੰ ਲੱਗਾ ਹੋਇਆ ਹੈ। ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ। ਇਹਨਾਂ तमाम ਪਦਾਰਥਾਂ ਦੇ ਵਿੱਚੋਂ ਅੰਤ ਵੇਲੇ ਕਿਸੇ ਨਾਲ ਤੇਰੇ ਨਹੀਂ ਜਾਣਾ ਜਿਨ੍ਹਾਂ ਦੇ ਨਾਲ ਤੂੰ ਬੰਧਿਆ ਹੋਇਆ, ਜਿਨ੍ਹਾਂ ਪਦਾਰਥਾਂ ਵਿੱਚ ਤੂੰ ਫਸ ਗਿਆ ਹੈ, ਜਿਨ੍ਹਾਂ ਦੀ ਜਕੜਨ ਵਿੱਚ ਆ ਗਿਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਉਪਜਿਓ ਕਛ ਗਿਆਨਾ। ਨਾ ਤੇ ਤੂੰ ਪ੍ਰਮਾਤਮਾ ਦਾ ਨਾਮ ਜਪਿਆ, ਨਾ ਗੁਰਾਂ ਦੀ ਸੇਵਾ ਕੀਤੀ ਹੈ, ਜਿਹਦੇ ਕਰਕੇ ਤੇਰੇ ਅੰਦਰ ਗਿਆਨ ਪੈਦਾ ਹੋਣਾ ਸੀ। ਗਿਆਨ ਦਾ ਮਤਲਬ ਹੈ ਆਤਮ ਪ੍ਰਬੋਧ, ਬ੍ਰਹਮ ਦਾ ਗਿਆਨ। ਜਿਹੜਾ ਵਾਹਿਗੁਰੂ ਦਾ ਗਿਆਨ ਹੈ ਉਹ ਗੁਰਾਂ ਦੀ ਸੇਵਾ ਤੋਂ ਉਪਜਦਾ, ਸਾਧ ਸੰਗਤ ਪ੍ਰਮਾਤਮਾ ਦੀ ਬੰਦਗੀ ਤੋਂ ਆਉਂਦਾ ਹੈ। ਘਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ। ਤੇਰੇ ਅੰਦਰ ਵਾਹਿਗੁਰੂ ਬੈਠਾ ਹੋਇਆ। ਨਿਰੰਜਨ ਦਾ ਮਤਲਬ ਹੁੰਦਾ ਅੰਜਣ ਤੋਂ ਰਹਿਤ, ਕਾਲਖ ਤੋਂ ਰਹਿਤ। ਕਾਲਖ ਤੋਂ ਜਿਹੜਾ ਰਹਿਤ ਹੈ ਉਹਨੂੰ ਪਵਿੱਤਰ ਆਖਾਂਗੇ। ਜਿਹੜਾ ਪਵਿੱਤਰ ਵਾਹਿਗੁਰੂ ਹੈ ਤੇਰੇ ਅੰਦਰ ਬੈਠਾ ਹੋਇਆ ਤੇ ਤੈਂ ਖੋਜਤ ਉਦਿਆਨਾ, ਤੂੰ ਉਹਨੂੰ ਜੰਗਲਾਂ 'ਚ ਲੱਭ ਰਿਹਾ ਵਾਹਿਗੁਰੂ ਨੂੰ। ਬਹੁਤ ਜਨਮ ਭਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ। ਬੜੇ ਜਨਮਾਂ ਵਿੱਚ ਤੂੰ ਭਟਕ ਚੁੱਕਾ, ਪਹਿਲਾਂ ਅਨੇਕਾਂ ਜਨਮ ਲੈ ਲਏ ਪਰ ਤੈਨੂੰ ਅਸਥਿਰ ਮਤ ਨਹੀਂ ਮਿਲੀ, ਥਿਰ ਮਤ ਨਹੀਂ ਪ੍ਰਾਪਤ ਹੋਈ।
श्रेष्ठ बुद्धि दी प्राप्ति नहीं हुई, विवेक बुद्धि तेरे अंदर नहीं प्रगट हुई। मानस दे पाए पद हर भज नानक बात बताई। हुण मनुखा जन्म मिलिया है ਉੱਚਾ ਪਦ ਪ੍ਰਾਪਤ ਕਰਨ ਲਈ, ਉੱਚਾ ਸ੍ਰੇਸ਼ਟ ਰੁਤਬਾ ਪ੍ਰਾਪਤ ਕਰਨ ਦੇ ਲਈ ਤੂੰ ਪ੍ਰਮਾਤਮਾ ਦਾ ਨਾਮ ਜਪ। ਜੇ ਤੂੰ ਵਾਹਿਗੁਰੂ ਨੂੰ ਭਜੇਂਗਾ, ਪ੍ਰਮਾਤਮਾ ਦਾ ਨਾਮ ਜਪੇਂਗਾ, ਆਤਮਿਕ ਜੀਵਨ ਤੈਨੂੰ ਪ੍ਰਾਪਤ ਹੋਵੇਗਾ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਰਹਿਮਤ ਕਿਰਪਾ ਕਰਨ, ਗੁਰਾਂ ਦੇ ਬਚਨ ਸਾਡੇ ਹਿਰਦਿਆਂ 'ਚ ਵਸਣ। ਲਾਹਾ ਖੱਟੀਏ ਬੇਅੰਤ ਭੁੱਲਾਂ ਗਲਤੀਆਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।